ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਏਸ਼ੀਆ ਟੈਲੀਵਿਜ਼ਨ ਦੇਖ ਰਹੇ ਹੋ। ਮੈਂ ਹਾਂ ਸਵਰਨ ਸਿੰਘ ਟਹਿਣਾ, ਨਾਲ ਨੇ ਹਰਮਨ ਸਿੰਘ ਜੀ। ਤੇ ਹਰ ਰੋਜ਼ ਦੀ ਤਰ੍ਹਾਂ ਬਹੁਤ ਸਾਰੀਆਂ ਖਬਰਾਂ, ਮਿੱਠੀਆਂ ਸਲੂਣੀਆਂ, ਮੌਸਮ ਦੀਆਂ, ਦੇਸ਼ ਦੁਨੀਆ ਦੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਪਹਿਲਾਂ ਕਰਦੇ ਹਾਂ ਸਵਾਗਤ। ਸਤਿ ਸ਼੍ਰੀ ਅਕਾਲ ਟਾੜਾ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਥੋੜਾ ਜਿਹਾ ਜ਼ਿੰਦਾ ਦਿਲੀ ਦੇ ਨਾਲ ਸਵਾਗਤ ਕਰਿਆ ਕਰੋ, ਸ਼ੁਰੂਆਤ ਕਰਿਆ ਕਰੋ ਪ੍ਰੋਗਰਾਮ ਦੀ। ਕੀ ਲੈ ਜਾਣਾ ਦੁਨੀਆ ਤੋਂ? ਮੈਂ ਆਉਣ ਸਾਰ ਥੱਪਗਾ ਮਾਰ ਲੱਗਦੇ ਖਰਾ। ਜ਼ਿੰਦਾ ਦਿਲੀ ਦਾ ਮਤਲਬ ਥਾਪੀਆਂ ਮਾਰਨਾ ਬਿਲਕੁਲ ਨਹੀਂ ਤੇ ਹੁੰਦਾ। ਹੋਰ ਕੀ ਹੈ, ਜਿਵੇਂ ਮੇਰੀ ਸਧਾਰਨ ਲਹਿਜਾ ਮੈਂ ਜੀ। ਉਸੇ ਰੂਪ ਦੇ ਵਿੱਚ ਗੱਲ ਕਰਤੀ। ਹੋਰ ਮੈਂ ਕੀ ਕਰਾਂ? ਥੋੜੀ ਜੀ ਪਹਾੜੋਂ ਪੱਥਰ ਚੱਕ ਲਿਆਵਾਂ। ਆਵਾਜ਼ ਦੇ ਵਿੱਚ ਤੰਦਰੁਸਤੀ, ਹਾਂ। ਥੋੜੀ ਜੀ ਚਹਿਚਹਾਟ, ਥੋੜੀ ਜੀ ਖੁਸ਼ੀ, ਥੋੜਾ ਜਿਹਾ ਤਰੋਤਾਜ਼ਾ ਜਿਹਾ ਲੱਗਣਾ ਚਾਹੀਦਾ ਬੰਦੇ ਨੂੰ। ਦੇਖੋ, ਕੋਈ ਬੰਦਾ ਘੱਟ ਬੋਲਣ ਵਾਲਾ ਵੀ ਚਾਹੀਦਾ, ਕਿਸੇ ਬੰਦੇ ਨੂੰ ਖੌਰੂ ਨਹੀਂ ਵੀ ਪਾਉਣਾ ਚਾਹੀਦਾ, ਕੋਈ ਬੰਦਾ ਥੋੜਾ ਜਿਹਾ ਸ਼ਾਂਤ ਜਿਹਾ ਵੀ ਚਾਹੀਦਾ। ਉਹ ਸਾਰੇ ਜੇਕਰ ਇੱਕੋ ਜਿਹੇ ਹੋਣਗੇ ਨਾ ਤਾਂ ਗੱਲ ਬਣਦੀ ਨਹੀਂਗੀ। ਫਿਰ ਦਰਸ਼ਕਾਂ ਨੇ ਕਹਿਣਾ ਵੀ ਦੋਵੇਂ ਜਣਿਆਂ ਨੇ ਚੜਚੋਲੜ ਪਾਇਆ। ਇਸ ਕਰਕੇ ਜਿਵੇਂ ਤੁਸੀਂ ਤੁਸੀਂ ਚੱਲੋ। ਟਾੜਾ ਸਾਹਿਬ ਖੁਸ਼ ਰਿਹਾ ਕਰੋ। ਹਾਂ, ਹਮੇਸ਼ਾ ਮੱਥੇ ਤੇ ਤਿਉੜੀਆਂ, ਹਮੇਸ਼ਾ ਐਵੇਂ ਹੀ ਮਤਲਬ ਪਤਾ ਨਹੀਂ ਕਿਹੜੀਆਂ ਸੋਚਾਂ ਚ ਗਵਾਚੇ ਰਹਿੰਦੇ ਹੋ। ਪਤਾ ਨਹੀਂ ਹਮੇਸ਼ਾ ਹੀ ਐਵੇਂ ਹੀ ਸਿਰਫ ਤੇ ਸਿਰਫ ਖਬਰਾਂ ਬਾਬਤ ਗੱਲਾਂ ਕਰਦੇ ਹੋ, ਫਿਕਰਾਂ ਦੇ ਵਿੱਚ ਪਏ ਰਹਿੰਦੇ ਹੋ। ਕੀ ਕੁਛ ਨਹੀਂ ਚਾਹੀਦਾ ਇਦਾਂ ਦਾ। ਇਨਸਾਨ ਨੂੰ ਜ਼ਿੰਦਾ ਦਿਲ ਹੋਣਾ ਚਾਹੀਦਾ, ਇਨਸਾਨ ਨੂੰ ਖੁਸ਼ੀ ਦੇ ਨਾਲ ਕਿਸੇ ਦਾ ਸਵਾਗਤ ਕਰਨਾ ਚਾਹੀਦਾ ਹੈ, ਖਿੜੇ ਮੱਥੇ ਗੱਲ ਕਰਨੀ ਚਾਹੀਦੀ ਹੈ, ਵੀ ਅਗਲਾ ਵੀ ਵੇਖ ਕੇ ਕਹੇ ਵੀ ਵਾਹ ਬਈ ਆ ਗਏ। ਬੇਬੇ ਹਰਮਨ ਸਿੰਘ ਜੀ ਸੰਸਾਰਪੁਰ ਵਾਲੇ ਜੀ, ਇਹਨਾਂ ਨੂੰ ਸਲਾਮ ਕਰਦੇ ਆ। ਜੀ, ਕਸੂਰ ਕੀ ਹੈ ਮੇਰਾ? ਆਉਣ ਸਾਰੀ ਤੁਸੀਂ ਪੈਂਦੀ ਸੱਟੇ ਪੈ ਗਏ ਆ। ਕਸੂਰ ਇਹ ਹੈ ਕਿ ਮੈਨੂੰ ਬਿਲਕੁਲ ਬੋਝੜ ਜਿਹਾ ਬੰਦਾ ਪਸੰਦ ਨਹੀਂ ਹੁੰਦਾ। ਤੇ ਫਿਰ ਸ਼ੁਰੂਆਤ ਤੁਸੀਂ ਕਰ ਲਿਆ ਕਰੋ। ਕਰਨ ਦਿੱਤੀ ਸੀ? ਹਾਂ, ਬਿਲਕੁਲ ਨਹੀਂ ਕਰਨ ਦਿੰਦੇ ਪਾ ਤੁਸੀਂ ਕੇ ਦਲੇਰ ਮਹਿੰਦੀ ਵਾਲਾ ਝੱਗਾ ਤੁੜਕ ਤੁੜਕ ਤੋਂ ਕਰਦੇ ਇੱਥੇ ਆ ਜਾਂਦੇ ਹੋ। ਨਹੀਂ, ਚਲੋ ਮੈਂ ਮਾਫੀ ਚਾਹੁੰਦੀ ਹਾਂ ਜੋ ਵੀ ਮੈਂ ਤੁਹਾਨੂੰ ਕਿਹਾ ਉਹਦੇ ਲਈ। ਇਹ ਤਾਂ ਸਿਰਫ ਹਾਸਾ ਮਜ਼ਾਕ ਸੀ। ਤੁਸੀਂ ਚੱਜ ਦੇ ਵਿਚਾਰ ਦੀ ਸਾਂਝ ਪਾਓ ਜੀ। ਤੁਸੀਂ ਨਾ ਅੱਧਾ ਵਕਤ ਐਂ ਕੱਢ ਦਿੰਨੇ ਆ। ਅੱਜ ਦਾ ਵਿਚਾਰ ਤੁਹਾਡੇ ਉੱਪਰ ਹੈ। ਹਾਂ, ਪੂਰੀ ਤਰ੍ਹਾਂ ਨਾਲ ਤੁਹਾਡੇ ਉੱਪਰ ਹੈ ਤੇ ਤੁਸੀਂ ਉਸ ਗੱਲ ਨਾਲ ਸਹਿਮਤ ਵੀ ਹੋ। ਬੋਲੋ। ਕਹਿੰਦੇ ਕਿ ਜ਼ਿੰਦਗੀ ਤੁਹਾਨੂੰ ਕਿਹੜੇ ਸੰਗੀਤ ਦੇ ਉੱਪਰ ਨਚਾਵੇ, ਜ਼ਿੰਦਗੀ ਤੁਹਾਨੂੰ ਕਿਹੜੇ ਸੰਗੀਤ ਦੇ ਉੱਤੇ ਨਚਾਵੇ, ਇਹ ਤਾਂ ਤੁਸੀਂ ਨਹੀਂ ਚੂਜ਼ ਕਰ ਸਕਦੇ, ਚੋਣ ਨਹੀਂ ਚੋਣ ਕਰ ਸਕਦੇ ਜੀ। ਪਰ ਤੁਸੀਂ ਉਸ ਸੰਗੀਤ ਤੇ ਕਿਵੇਂ ਨੱਚਣਾ ਹੈ ਇਹਦੀ ਚੋਣ ਤੁਸੀਂ ਜ਼ਰੂਰ ਕਰ ਸਕਦੇ ਹੋ। ਅੱਛਾ, ਦੇਖੋ ਵੀ ਗੱਲ ਤਾਂ ਬੜੀ ਸੰਗੀਤਮਈ ਹੈ ਜੀ। ਜ਼ਿੰਦਗੀ ਦੀ ਲੈ ਦੀ ਹੈ ਜੀ, ਜ਼ਿੰਦਗੀ ਦੀ ਤਰਜ਼ ਦੀ ਹੈ, ਸੋਹਣੀ ਹੈ, ਸਮਝਣ ਵਾਲੀ ਹੈ। ਸਾਰੇ ਸਮਝੋ, ਸੋਹਣੀ ਗੱਲ ਕੀਤੀ ਤੁਸੀਂ ਜੀ, ਤੇ ਤੁਹਾਨੂੰ ਵਧਾਈਆਂ। ਸਾਰੇ ਸਮਝੋ, ਤੁਹਾਨੂੰ ਵਧਾਈਆਂ। ਕਾਹਦੀਆਂ? ਤੁਸੀਂ ਚੱਜ ਦੀ ਗੱਲ ਕੀਤੀ, ਮੈਨੂੰ ਬੜੀ ਖੁਸ਼ੀ ਹੋਈ ਇਸ ਗੱਲ ਦੀ। ਤੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵੀ ਉਹ ਚੱਜ ਦੇ ਵਿਚਾਰ ਦੇ ਰੂਪ ਦੇ ਵਿੱਚ ਹੀ ਆ। ਕੁਝ ਕੁ ਲੋਕ ਢੋਲ ਵਰਗੇ ਹੁੰਦੇ ਆ ਜੀ, ਅੰਦਰੋਂ ਖਾਲੀ ਹੁੰਦੇ ਆ, ਬਾਹਰੋਂ ਰੌਲਾ ਰੱਪਾ ਬਹੁਤ ਹੁੰਦਾ। ਇਸ ਗੱਲ ਨੂੰ ਕੋਈ ਵੀ ਨਿੱਜੀ ਨਾ ਲਵੇ। ਇਹ ਮੈਂ ਵੈਸੇ ਮੇਰੇ ਬਲਬਲੇ ਸੀ, ਅੱਜ ਮੈਂ ਪੜ੍ਹਿਆ ਸੀ ਕਿਤੇ, ਤੇ ਇਹ ਗੱਲ ਸੱਚੀ ਆ ਵੀ ਜਿਹੜਾ ਨਾ ਰੌਲਾ ਰੱਪਾ ਬਹੁਤ ਪਾਉਂਦੇ ਲੋਕ, ਉਹਨਾਂ ਨੂੰ ਓਨਾ ਨਹੀਂ ਪਾਉਣਾ ਚਾਹੀਦਾ। ਤੇ ਬਸ ਢੋਲ ਵਰਗੇ ਆ ਜਿਹੜੇ ਕਈ ਲੋਕ, ਤੇ ਉਹਨਾਂ ਦੀ ਗੱਲ ਸੀ ਇਹ। ਬਸ ਟਾਣਾ ਸਾਹਿਬ, ਹਾਂਜੀ, ਜਦੋਂ ਮੈਂ ਆਪਣਾ ਅਸਲੀ ਰੂਪ ਦਿਖਾਇਆ ਨਾ, ਮੈਨੂੰ ਇੱਕ ਚੱਜ ਦਾ ਵਿਚਾਰ ਹੋਰ ਚੇਤੇ ਆ ਗਿਆ। ਇੱਕ ਮਿੰਟ ਮੇਰੀ ਗੱਲ ਪੂਰੀ ਨਹੀਂ ਸੀ ਹੋਈ, ਆਪਾਂ ਸੁਣਨ ਦੀ ਆਦਤ ਪਾਈਏ। ਜਦੋਂ ਮੈਂ ਆਪਣਾ ਅਸਲੀ ਰੂਪ ਤੁਹਾਨੂੰ ਦਿਖਾਇਆ, ਫਿਰ ਤੁਸੀਂ ਕਹਿਣਾ ਵੀ ਹਰਮਨ ਜੀ ਕਿਉਂ ਇੰਨਾ ਬੋਲਦੇ ਹੋ, ਕਿਉਂ ਤੰਗ ਕਰਦੇ ਹੋ, ਕਿਉਂ ਮੈਨੂੰ ਐ ਕਹਿੰਦੇ ਹੋ। ਜੇ ਮੈਂ ਚੁੱਪ ਹਾਂ ਤਾਂ ਮੈਨੂੰ ਚੁੱਪ ਹੀ ਰਹਿਣ ਦਿਓ। ਇਹ ਮੈਂ ਦਰਸ਼ਕਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਹਾਲੇ ਇਹਨਾਂ ਨੇ ਕਦੇ ਆਪਣਾ ਅਸਲੀ ਰੂਪ ਦਿਖਾਇਆ ਨਹੀਂ। ਬਿਲਕੁਲ ਸਹੀ। ਤੇ ਦੇਖੋ ਮੈਂ ਕਿੰਨਾ ਕਿਹੋ ਜਿਹਾ ਮਨੁੱਖ ਬਣ ਚੁੱਕਿਆ ਹਾਂ ਕਿ ਹਾਲੇ ਇਹਨਾਂ ਦਾ ਉਹ ਰੂਪ ਦੇਖਿਆ ਨਹੀਂ। ਮੈਂ ਤੁਹਾਨੂੰ ਦੱਸਦੀ ਹਾਂ ਇੱਕ ਚੀਜ਼ ਹੋਰ, ਇੱਥੇ ਹੀ ਚਾਹੀਦਾ ਵਿਚਾਰ ਹੋਰ ਆਇਆ। ਕਹਿੰਦੇ ਕਦੇ ਵੀ ਜੋ ਤੁਸੀਂ ਮੈਨੂੰ ਸਮਝਦੇ ਹੋ ਮੈਂ ਉਹ ਨਹੀਂ ਹਾਂ। ਕਦੇ ਵੀ ਜੋ ਤੁਸੀਂ ਮੈਨੂੰ ਸਮਝਦੇ ਹੋ ਮੈਂ ਉਹ ਨਹੀਂ ਹਾਂ। ਤੁਸੀਂ ਸਿਰਫ ਉਨਾ ਹੀ ਸਮਝ ਪਾਉਂਦੇ ਹੋ ਜਿੰਨਾ ਮੈਂ ਤੁਹਾਨੂੰ ਸਮਝਣ ਦੇ ਲਈ ਕਹਿੰਨੀ ਆ। ਕਮਾਲ ਹੀ ਕਰਤੀ ਹਰਮਨ ਸਿੰਘ ਜੀ, ਅੱਜ ਤਾਂ ਸਿਰਾ ਲਾਤਾ, ਵੱਟ ਕੱਢਤੇ, ਚਿੱਬ ਕੱਢਤੇ, ਬੰਬ ਬੁਲਾਤੇ। ਇਹ ਹਰੇਕ ਦੇ ਉੱਪਰ ਲਾਗੂ ਹੁੰਦੀ ਚੀਜ਼ ਹੈ। ਹਰੇਕ ਇਨਸਾਨ ਜਿਹੜਾ ਹੁੰਦਾ ਹੈ ਉਹ ਅਗਲੇ ਬੰਦੇ ਨੂੰ ਸਿਰਫ ਉਨਾ ਹੀ ਸਮਝਣ ਦਾ ਮੌਕਾ ਦਿੰਦਾ ਹੈ ਜਿੰਨਾ ਕੋ ਆਪ ਚਾਹੇ। ਅੱਜ ਤਾਂ ਵਿਚਾਰਾਂ ਦਾ ਜਵਾਰ ਭਾਟਾ ਹੀ ਆਇਆ ਪਿਆ ਤੁਹਾਡੇ ਚ। ਦੇਖੋ ਮੈਂ ਕਿਹਾ ਅਗਲੀਆਂ ਪਿਛਲੀਆਂ ਸਾਰੀਆਂ ਕਸਾਂ ਮੈਂ ਨਾ ਵਿਚਾਰਾਂ ਦਾ ਜਵਾਲਾਮੁਖੀ ਫਟਿਆ ਤੁਹਾਡਾ। ਬਿਲਕੁਲ ਸਹੀ, ਸਿਰਾ ਲਾਤਾ। ਮੰਨਦੇ ਹੋ? ਮੰਨਦਾ ਜੀ, ਪਰ ਮੈਂ ਤੁਹਾਨੂੰ ਇੱਕ ਹੋਰ ਚੱਜ ਦਾ ਵਿਚਾਰ ਸੁਣਾਉਣਾ। ਕਿਸੇ ਨੇ ਬਜ਼ੁਰਗ ਨੂੰ ਪੁੱਛਿਆ, ਕਹਿੰਦੇ ਵੀ ਜ਼ਹਿਰ ਕੀ ਹੈ? ਉਸ ਬਜ਼ੁਰਗ ਨੇ ਇਹ ਗੱਲ ਕਹੀ ਵੀ ਜ਼ਿੰਦਗੀ ਦੇ ਵਿੱਚ ਕੋਈ ਵੀ ਚੀਜ਼ ਲੋੜ ਤੋਂ ਵੱਧ ਹੋਵੇ, ਭਾਵੇਂ ਉਹ ਪਿਆਰ ਹੈ, ਭਾਵੇਂ ਉਹ ਸ਼ੋਹਰਤ ਹੈ, ਭਾਵੇਂ ਉਹ ਪੈਸਾ, ਭਾਵੇਂ ਜ਼ਮੀਨ ਜਾਇਦਾਦ ਆ, ਭਾਵੇਂ ਨਫ਼ਰਤ ਆ, ਭਾਵੇਂ ਹੰਕਾਰ ਆ, ਭਾਵੇਂ ਲਾਲਚ ਆ, ਉਹ ਸਾਰਾ ਕੁਝ ਹੀ ਜ਼ਹਿਰ ਆ। ਵਾਹ ਕੀ ਬਾਤ ਹੈ। ਇਸ ਕਰਕੇ ਲੋੜ ਮੁਤਾਬਕ ਜਿੰਨੀਆਂ ਕਿ ਤੁਹਾਡੀ ਜ਼ਿੰਦਗੀ ਦੀਆਂ ਲੋੜਾਂ, ਉਹਦੇ ਮੁਤਾਬਕ ਜ਼ਿੰਦਗੀ ਬਸਰ ਕਰੀ ਚੱਲੋ। ਮੈਂ ਹੜਪੂ ਉਧਰੋਂ ਵੀ ਆ ਜਾਏ, ਇਧਰੋਂ ਵੀ ਆ ਜਾਏ, ਉਧਰੋਂ ਵੀ ਆ ਜਾਏ, ਇਧਰੋਂ ਵੀ ਆ ਜਾਏ। ਇਹ ਕੰਮ ਕਰਨਾ ਬੰਦ ਕਰ ਦੇਣਾ ਚਾਹੀਦਾ। ਇਸ ਤਾਲਾਬੰਦੀ ਨੇ ਸਾਨੂੰ ਇਹ ਗੱਲ ਦੱਸਦੀ ਹੈ ਵੀ ਸਾਡੀਆਂ ਲੋੜਾਂ ਤਾਂ ਬਹੁਤ ਥੋੜੀਆਂ, ਖੁਆਇਸ਼ਾਂ ਹੀ ਬਹੁਤ ਵੱਡੀਆਂ। ਉਹਨਾਂ ਦੇ ਕਰਕੇ ਅਸੀਂ ਨਪੀੜੇ ਪਏ ਆ। ਚੱਕੀ ਦੇ ਦੋਹੇ ਪੁੜਾਂ ਦੇ ਵਿੱਚ ਕਣਕ ਦੇ ਦਾਣੇ ਵਾਂਗੂ ਪੀਸੇ ਜਾਂਦੇ ਆ। ਭਾਵਨਾਵਾਂ ਤੇ ਕਾਬੂ ਕਰੋ। ਏਡੀ ਗੱਲ ਸੀ ਨਹੀਂ ਜਿੰਨੀ ਤੁਸੀਂ ਪੀਸ ਕੇ ਸਮਝਾਈ ਹੈ। ਇਹ ਗੱਲ ਹਰ ਰੋਜ਼ ਮੈਂ ਕਿਤੇ ਨਾ ਕਿਤੇ ਤੁਹਾਨੂੰ ਕਹਿੰਦੀ ਆ, ਛੋਟੇ ਲਫ਼ਜ਼ਾਂ ਦੇ ਵਿੱਚ, ਅੰਗਰੇਜ਼ੀ ਦੇ ਵਿੱਚ, ਕਿ ਐਕਸੈਸ ਆਫ ਐਵਰੀਥਿੰਗ ਇਜ਼ ਬੈਡ।
ਐਕਸੈਸ ਆਫ ਐਵਰੀਥਿੰਗ ਇਜ਼ ਬੈਡ। ਬਹੁਤਾਤ ਕਿਸੇ ਵੀ ਚੀਜ਼ ਦੀ ਮਾੜੀ ਹੈ। ਬਹੁਤਾਤ ਕਿਸੇ ਵੀ ਚੀਜ਼ ਦੀ ਮਾੜੀ ਹੈ। ਤੇ ਮੈਨੂੰ ਇੱਕ ਆਤਮ ਨਿਰਭਰ ਦੇ ਮੁਤਲਕ ਹੋਰ ਗੱਲ ਚੇਤੇ ਆ ਗਈ। ਇਹ ਤਾਂ ਉਹ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਨਾ ਕਿ ਆਤਮनिर्भर बनने का जी भाई और बहनों आत्मनिर्भर बनने का ਕਹਿੰਦੇ ਵੀ ਇੱਕ ਦਿਨ ਇੱਕ ਔਰਤ ਨੇ ਆਪਦੇ ਘਰ ਵਾਲੇ ਦੀ ਜੇਬ ਦੇ ਵਿੱਚ ਹੱਥ ਮਾਰਿਆ, ਪੈਸੇ ਸਾਰੇ ਕੱਢ ਲਏ। ਅੱਛਾ ਜੀ। ਘਰ ਵਾਲੇ ਦੇ ਦਫ਼ਤਰ ਜਾਣ ਵੇਲੇ ਵੇਖਿਆ ਵੀ ਮੇਰੀ ਜੇਬ ਸੁੰਨੀ ਜੀ ਆ, ਖਾਲੀ ਜੀ ਆ, ਇਹਦੇ ਵਿੱਚ ਹੈ ਨਹੀਂ ਕੁਝ। ਉਹ ਕਹਿੰਦਾ ਪੈਸੇ ਤੂੰ ਕੱਢੇ ਆ? ਕਹਿੰਦੀ ਹਾਂ ਮੈਂ ਕੱਢੇ ਆ, ਲੋੜ ਸੀ ਮੈਨੂੰ ਮੈਂ ਕੱਢ ਲਏ। ਉਹ ਕਹਿੰਦਾ ਮੰਗ ਕੇ ਲੈ ਲੈਂਦੀ। ਕਹਿੰਦੀ ਕਿੰਨੀ ਕੁ ਚਿਰ ਤੱਕ ਮੰਗਦੀ ਰਹੂੰਗੀ, ਆਤਮनिर्भर ਵੀ ਬਣਨਾ। ਇਸ ਆਤਮ ਨਿਰਭਰ ਨੇ ਲੋਕਾਂ ਦੇ ਘਰਾਂ ਦੇ ਵਿੱਚ ਬਹੁਤ ਪੰਗੇ ਖੜੇ ਕੀਤੇ ਨੇ। ਮੋਦੀ ਸਾਹਿਬ ਤਾਂ ਆਏ, ਆ ਕੇ ਕਹਿ ਕੇ ਚਲੇ ਗਏ, ਪਰ ਉਸ ਤੋਂ ਬਾਅਦ ਵਿੱਚ ਦਾ ਕੀ ਅਸਰ ਕਿੱਥੇ ਕਿਵੇਂ ਦੇਖਣ ਨੂੰ ਮਿਲਿਆ ਇਹ ਤਾਂ ਲੋਕ ਹੀ ਜਾਣਦੇ ਨੇ ਭਾਈ। ਬਿਲਕੁਲ ਸਹੀ ਗੱਲ ਆ। ਪਰ ਤੁਸੀਂ ਆਤਮ ਨਿਰਭਰ ਬਣੇ ਕਿ ਨਹੀਂ? ਮੈਂ ਆਤਮनिर्भर ਆ। ਟੈਣਾ ਸਾਹਿਬ ਕਿੱਥੋਂ ਆਤਮ ਨਿਰਭਰ ਹੋ? ਹਾਲੇ ਵੀ ਨਿਊਜ਼ੀਲੈਂਡ 'ਚ ਬੈਠੇ ਹੋ। ਆਤਮ ਨਿਰਭਰ ਤਾਂ ਹੋਵੋ ਜੇ ਆਪਣਾ ਜਹਾਜ਼ ਖਰੀਦ ਕੇ ਹੁਣ ਨੂੰ ਭਾਰਤ 'ਚ ਹੋਵੋ। ਅੱਛਾ ਜੀ, ਵਾਹ, ਆਤਮ ਨਿਰਭਰ ਬਣੋ। ਤੁਸੀਂ ਮੈਨੂੰ ਵਿਜੇ ਮਾਲਿਆ ਸਮਝਿਆ? ਬਿਲਕੁਲ ਨਹੀਂ। ਮੈਂ ਕੋਈ 9000 ਕਰੋੜ ਰੁਪਇਆ ਲੈ ਕੇ ਨਹੀਂ ਭੱਜਿਆ ਕਿਸੇ ਦਾ ਵੀ ਆਪਦਾ ਜਹਾਜ਼ ਲੈ ਲਾਂ ਜੀ। ਕਿਉਂ ਐਵੇਂ ਟਿਚਰਾ ਕਰਦੇ ਹੋ? ਜੋ ਕਮਾਉਣਾ ਸੋ ਖਾਣਾ। ਚਲੋ ਕੋਈ ਗੱਲ ਨਹੀਂ ਟਾਣਾ ਸਾਹਿਬ, ਹੁਣ ਤਾਂ ਥੋੜੇ ਦਿਨ ਰਹਿ ਗਏ ਇੱਥੇ, ਹਾਸਾ ਖੇਡਾ ਹੀ ਚੇਤੇ ਰਹਿ ਜਾਣਾ। ਹਾਂ, ਫਿਰ ਆਪਾਂ ਆਪਣੇ ਵਤਨਾਂ ਨੂੰ ਚੱਲ ਜਾਣਾ, ਦੇਸ਼ ਕੋ ਜਾਏਂਗੇ। ਨਹੀਂ ਬਹੁਤ ਵਧੀਆ ਇੱਥੇ ਮੌਸਮ ਚੰਗਾ, ਲੋਕ ਚੰਗੇ, ਪੰਜਾਬੀ ਚੰਗੇ, ਤਰੱਕੀ ਚੰਗੀ, ਸੜਕਾਂ ਚੰਗੀਆਂ, ਸਭ ਕੁਝ ਚੰਗਾ, ਸਾਰਾ ਕੁਝ ਬਹੁਤ ਚੰਗਾ। ਔਰ ਕੁਝ ਵੀ ਨਿੰਦਣ ਨੂੰ ਹੈ ਨਹੀਂਗਾ ਇਸ ਧਰਤੀ ਦੇ ਉੱਪਰ, ਹਨਾ, ਇਸ ਖਾਸ ਤੌਰ ਤੇ ਮੁਲਕ ਦੇ ਵਿੱਚ। ਪਰ ਹਾਂ, ਕੁਝ ਇੱਕ ਲੋਕਾਂ ਦੀਆਂ ਆਦਤਾਂ ਮਾੜੀਆਂ ਨੇ। ਨਹੀਂ ਐਂ ਤਾਂ ਹੁੰਦਾ ਹੀ ਆ। ਦੇਖੋ ਆਪਾਂ ਇਹ ਨਹੀਂ ਕਹਿ ਸਕਦੇ ਵੀ 100% ਸਭ ਕੁਝ ਸਹੀ ਹੋਵੇ। ਜੇਕਰ ਅਸੀਂ ਪੰਜਾਬ ਤੋਂ ਭਾਰਤ ਤੋਂ ਚੱਲੇ ਆ ਦਿੱਲੀ, ਉਹ 에ਅਰਪੋਰਟ ਤੱਕ ਆਉਂਦਾ ਸਾਡੀ ਚਿੱਪ ਥੋੜੀ ਬਦਲ ਜਾਂਦੀ ਆ। ਜੇ ਮੰਨ ਲਓ ਮੇਰੇ 'ਚ ਉੱਥੇ ਕੋਈ ਕਮੀਆਂ ਪੇਸ਼ੀਆਂ ਸੀ, ਮੇਰੀਆਂ ਉੱਥੇ ਮਾੜੀਆਂ ਆਦਤਾਂ ਮੰਨ ਲਓ ਹੋਣ, ਤੇ ਹੈਗੀਆਂ ਵੀ ਆ, ਤੇ ਉਹ ਜਦੋਂ ਮੈਂ ਇੱਥੇ ਆਉਂਗਾ, ਕੈਨੇਡਾ ਜਾਊਂਗਾ, ਅਮਰੀਕਾ ਜਾਊਂਗਾ, ਇੰਗਲੈਂਡ ਜਾਊਂਗਾ, ਨਾਲ ਹੀ ਜਾਣਗੀਆਂ ਨਾ ਜੀ। ਪਰ ਜਿਨ੍ਹਾਂ ਪੰਜਾਬੀਆਂ ਨੇ ਆਪਣੀ ਮਿਹਨਤ ਸਦਕਾ ਇੱਥੇ ਝੰਡੇ ਬੁਲੰਦ ਕੀਤੇ ਨੇ, ਉਹਨਾਂ ਸਾਰਿਆਂ ਨੂੰ ਸਲਾਮ ਹੈ। ਜਦੋਂ ਅਸੀਂ ਵੇਖਦੇ ਹਾਂ ਵੀ ਦਿਨ ਰਾਤ ਇੱਕ ਕਰਕੇ ਉਹ ਕਮਾਈਆਂ ਕਰਦੇ ਨੇ, ਕਿਸ ਤਰੀਕੇ ਨਾਲ ਆਪਣੀ ਜ਼ਿੰਦਗੀ ਨੂੰ ਅੱਗੇ ਵਧਾ ਰਹੇ ਨੇ, ਕਿਵੇਂ ਇਸ ਮੁਲਕ ਦੇ ਵਿੱਚ ਉਹ ਪੂਰੀ ਤਰ੍ਹਾਂ ਦੇ ਨਾਲ ਆਪਣੇ ਆਪ ਨੂੰ ਐਡਜਸਟ ਕਰ ਰਹੇ ਨੇ, ਆਪਣੇ ਆਪ ਨੂੰ ਇਸ ਮੁਲਕ ਦੇ ਵਿੱਚ ਰਹਿਣ ਦੇ ਕਾਬਿਲ ਬਣਾ ਰਹੇ ਨੇ, ਉਹ ਸਾਰਾ ਕੁਝ ਕਾਬਿਲੇ ਤਾਰੀਫ ਹੈ। ਇਹਦੇ ਲਈ ਉਹ ਸਲਾਮ ਦੇ ਹੱਕਦਾਰ। ਬਹੁਤ ਵਧੀਆ ਗੱਲ ਤੁਸੀਂ ਕੀਤੀ ਆ, ਸੱਚੀ ਮੁੱਚੀ ਸਲਾਮ ਦੇ ਹੱਕਦਾਰ ਆ। ਪਰ ਐਡਜਸਟ ਨਹੀਂ ਕਹਿਣਾ ਜੀ, ਆਪਾਂ ਇਹ ਗੱਲ ਕਹਿਣੀ ਆ ਵੀ ਉਹ ਆਪਣੇ ਆਪ ਨੂੰ ਇੱਥੋਂ ਦੇ ਸਿਸਟਮ ਦੇ ਮੁਤਾਬਕ, ਪ੍ਰਬੰਧ ਦੇ ਮੁਤਾਬਕ ਢਾਲ ਕੇ, ਪ੍ਰਬੰਧ ਦੇ ਮੁਤਾਬਕ ਢਾਲ ਕੇ ਉਹਨਾਂ ਨੇ ਆਪਣੇ ਟੱਬਰ ਦੀਆਂ ਲੋੜਾਂ ਪੂਰੀਆਂ ਕੀਤੀਆਂ, ਨਗਰ ਖੇੜੇ ਨੂੰ ਸੰਵਾਰਿਆ। ਬਿਲਕੁਲ ਸਹੀ। ਉਹਨਾਂ ਨੇ ਆਪਣੇ ਨਗਰ ਖੇੜੇ ਦੇ ਵਿੱਚ ਵਿਕਾਸ ਦੇ ਝੰਡੇ ਬੁਲੰਦ ਕੀਤੇ। ਉਹਨਾਂ ਨੇ ਗਲੀਆਂ ਨਾਲੀਆਂ ਪੱਕੀਆਂ ਕੀਤੀਆਂ, ਜੋ ਬੱਤੀਆਂ ਜਗਦੀਆਂ ਹੁੰਦੀਆਂ ਰਾਤ ਨੂੰ ਉਹ ਜਗਣ ਲਾਇਕ ਬਣਾਤੀਆਂ। ਉਹਨਾਂ ਨੇ ਗਰੀਬ ਕੁੜੀਆਂ ਦੇ ਵਿਆਹ ਕੀਤੇ, ਜਿਹੜੇ ਕਿ ਲੋੜਵੰਦ ਲੋਕ ਆ ਉਹਨਾਂ ਦੇ ਇਲਾਜ ਕਰਵਾਤੇ। ਆਪਾਂ ਹੁਣ 20 ਨੰਬਰਾਂ ਦਾ ਜਵਾਬ ਦੇਣਾ ਹੈ। ਮੈਂ ਇੱਥੇ ਰੁਕ ਜਾ? ਹਾਂ ਬਿਲਕੁਲ ਰੁਕ ਜਾਓ, ਸਮਾਂ ਵਕਫੇ ਦਾ ਹੋ ਗਿਆ ਟਾਣਾ ਸਾਹਿਬ। ਹਰ ਗੱਲ ਨੂੰ ਇੰਨਾ ਜ਼ਿਆਦਾ ਨਹੀਂ ਲਈਦਾ ਹੁੰਦਾ। ਇਹ ਹੁੰਦੇ ਸੀ ਨਾ ਉਦੋਂ ਵੀ ਟੈਲੀਵਿਜ਼ਨ ਦੇ ਉੱਤੇ ਦੇਖਣਾ, ਘੁੱਗੀਆਂ ਢੱਡ ਕੇ ਦਿਖਾ। ਇਹਨਾਂ ਸਕਿੱਟਾਂ ਨੂੰ ਦੇਖ ਕੇ, ਇਹਨਾਂ ਹਾਸੇ ਵਾਲੀਆਂ ਗੱਲਾਂ ਨੂੰ ਦੇਖ ਕੇ ਨਾ, ਤੇ ਅਸੀਂ ਸਕੂਲ ਦੇ ਵਿੱਚ ਵੀ ਚਰਚਾ ਕਰਦੇ ਰਹਿਣਾ ਜੀ। ਸੋ ਗੁਰਪ੍ਰੀਤ ਘੁੱਗੀ ਇੱਕ ਮੰਝਿਆ ਹੋਇਆ ਕਲਾਕਾਰ ਆ, ਉਹਨੂੰ ਸਮਝ ਆ, ਉਹ ਸਾਹਿਤਕਤਾ ਦੇ ਨਾਲ ਭਰਪੂਰ ਆ, ਉਹਨੂੰ ਸਾਹਿਤਕ ਮਸ ਬਹੁਤ ਆ। ਪਰ ਉਹਨੇ ਇਸ ਵਕਤ ਤਾਲਾਬੰਦੀ ਦੇ ਮੌਕੇ, ਲੋਕਡਾਊਨ ਦੇ ਮੌਕੇ, ਜੋ ਪੰਜਾਬੀਆਂ ਨੂੰ ਤੇ ਭਾਰਤ ਵਾਸੀਆਂ ਨੂੰ ਨਿਹੋਰਾ ਮਾਰਿਆ ਵੀ ਖੁੱਲ ਗਿਆ ਲੋਕਡਾਊਨ, ਬਾਹਰ ਜਾਣਾ ਸ਼ੁਰੂ ਕਰੋ, ਘਰ ਦੀਆਂ ਪੱਕੀਆਂ ਬਥੇਰਾ ਚਿਰ ਖਾ ਲਈਆਂ, ਬਾਹਰ ਜਾ ਕੇ ਗੰਦਮੰਦ ਖਾਣਾ ਸ਼ੁਰੂ ਕਰੋ। ਇਹਦੇ ਰਾਹੀਂ ਉਹਨੇ ਪੰਜਾਬੀਆਂ ਦੀ ਤੇ ਸਮੁੱਚੇ ਭਾਰਤ ਵਾਸੀਆਂ ਦੀ ਮਾਨਸਿਕਤਾ ਨੂੰ ਉਜਾਗਰ ਕੀਤਾ। ਜਿਹੜੇ ਹੁਰਲ ਦਗੜ ਕਰਦੇ ਫਿਰਦੇ ਆ ਨਾ, ਉਹਨਾਂ ਨੂੰ ਦੱਸਿਆ ਵੀ ਭਾਈ ਤੁਸੀਂ ਕਾਹਦੇ ਜੋਗੇ ਜੀ। ਇਹਦੀਆਂ ਸ਼ੁਰੂਆਤੀ ਸਤਰਾਂ ਤੁਸੀਂ ਦੱਸ ਦਿੱਤੀਆਂ ਨੇ, ਤੇ ਅਗਲੀਆਂ ਮੈਂ ਸੁਣਾ ਦਿੰਦੀ ਹਾਂ, ਜਿਹੜੀਆਂ ਲਿਖ ਕੇ ਲੈ ਕੇ ਆਈਆਂ। ਕਹਿੰਦੇ ਚਿੜੀਆਂ ਨੇ ਚੂਕ ਲਿਆ, ਮੋਰਾਂ ਨੇ ਵੀ ਕੂਕ ਲਿਆ, ਗੱਡੀਆਂ ਦੀ ਪਾਪਾਂ ਨੂੰ ਵਜਾਉਣਾ ਸ਼ੁਰੂ ਕਰੋ, ਖੁੱਲ ਗਿਆ ਲੋਕਡਾਊਨ, ਬਾਹਰ ਜਾਣਾ ਸ਼ੁਰੂ ਕਰੋ, ਰੁੱਖ ਨਦੀ ਨਾਲੇ ਅਸਮਾਨ ਸਾਫ਼ ਹੋ ਗਏ, ਉੱਠੋ ਦੇਸ਼ ਵਾਸੀਓ ਗੰਦ ਪਾਉਣਾ ਸ਼ੁਰੂ ਕਰੋ। ਬਿਲਕੁਲ ਸਹੀ ਗੱਲ। ਖੁੱਲ ਗਿਆ ਲੋਕਡਾਊਨ, ਬਾਹਰ ਜਾਣਾ ਸ਼ੁਰੂ ਕਰੋ। ਦੇਖੋ ਜਿਹੜੀਆਂ ਇਹ ਸਤਰਾਂ ਨਾ ਹਰਮਨ ਜੀ, ਇਹ ਸੱਚੀ ਮੁੱਚੀ ਦੱਸਦੀਆਂ ਕਿ ਸਾਡਾ ਸੁਭਾਅ ਕਿਹੋ ਜਿਹਾ ਜੀ। ਜੋ ਵੀ ਕੋਈ ਲਿਖਣ ਵਾਲਾ, ਕੋਈ ਗਾਉਣ ਵਾਲਾ, ਆਲੇ ਦੁਆਲੇ ਪ੍ਰਭਾਵ ਕਬੂਲਦਾ, ਜਿਹੜਾ ਕਿ ਸੁਲੱਖਣੀ ਸੋਚ ਦਾ ਮਾਲਕ ਹੋਵੇ, ਉਹਨੂੰ ਉਹ ਕਲਮਬੱਧ ਕਰ ਲੈਂਦਾ। ਤੇ ਇਹ ਕਲਮਬੱਧ ਕੀਤੀਆਂ ਹੋਈਆਂ ਗੁਰਪ੍ਰੀਤ ਘੁੱਗੀ ਦੀਆਂ ਗੱਲਾਂ ਗਲਤ ਨਹੀਂ ਆ, ਕਿਉਂਕਿ ਮੈਂ ਵੀ ਸੁਣਦਾ, ਆਪਦੇ ਟੱਬਰ ਦੇ ਜੀਆਂ ਨੂੰ ਵੀ ਪੁੱਛਦਾ, ਆਲੇ ਦੁਆਲੇ ਦੀਆਂ ਖਬਰਾਂ ਵੀ ਪੜ੍ਹਦਾ। ਲੋਕ ਇੱਕ ਦੂਜੇ ਦੇ ਮੋਢੇ ਤੇ ਚੜੇ ਫਿਰਦੇ ਆ, ਟੁੱਟ ਕੇ ਪੈ ਗਏ ਹੋਟਲਾਂ ਨੂੰ ਵੀ, ਜਿਵੇਂ ਮਾਰੀ ਚੱਲੇ ਸੀਗੇ ਵੀ ਜੇਕਰ ਘਰ ਦੀਆਂ ਚੀਜ਼ਾਂ ਅਸੀਂ ਖਾਂਦੇ ਰਹੇ। ਇਸੇ ਤਰੀਕੇ ਨਾਲ ਲੋਕ ਬੱਸ ਅੱਡਿਆਂ ਦੇ ਉੱਤੇ ਵੀ ਫਿਰਦੇ ਆ। ਨਿੱਕੀ ਜੀ ਗੱਲ ਹੁੰਦੀ ਆ, ਸਬਜ਼ੀ ਮੰਡੀ ਦੇ ਵਿੱਚ ਪੂਰੀ ਭਰਮਾਰ ਹੁੰਦੀ ਹੈ ਲੋਕਾਂ ਦੀ। ਧਾਰਮਿਕ ਥਾਵਾਂ ਦੇ ਵਿੱਚ ਫਿਰ ਪਹਿਲਾਂ ਵਾਂਗੂ ਜੁੜਦਾ ਸ਼ੁਰੂ ਹੋ ਗਏ ਆ ਵੀ ਲੋਕਾਂ ਨੂੰ ਜਿੰਨਾ ਮਰਜ਼ੀ ਕਹਿ ਲਓ ਵੀ ਤੁਸੀਂ ਮਰ ਜਾਓਗੇ, ਤੁਸੀਂ ਰੁਕ ਜਾਓ, ਤੁਸੀਂ ਬਿਮਾਰ ਹੋ ਜਾਓਗੇ, ਤੁਹਾਡਾ ਨੁਕਸਾਨ ਹੋ ਜਾਊ, ਕਹਿਣਗੇ ਕੋਈ ਪਰਵਾਹ ਨਹੀਂ, ਆਪਾਂ ਐਂ ਹੁੰਨੇ ਆ। ਹਾਲੇ ਤਾਂ ਅਗਲੀਆਂ ਸਤਰਾਂ ਵੀ ਨੇ ਟਾਣਾ ਸਾਹਿਬ, ਉਹ ਵੀ ਸੁਣੋ। ਕਹਿੰਦੇ ਕਿ ਫਿਰ ਮਾਰੋ ਬੜਕਾਂ, ਖਰੂਦ ਕਰੋ, ਅੱਤ ਚੱਕੋ।
ਝੂਠਿਆਂ ਦਿਖਾਵਿਆਂ ਤੇ ਜ਼ੋਰ ਲਾਉਣਾ ਸ਼ੁਰੂ ਕਰੋ। ਵਾਹ। ਗਾਇਕੋ ਹੌਸਲੇ ਤੇ ਗੀਤ ਬੜੇ ਗਾ ਲਏ, ਫਿਰ ਹਥਿਆਰਾਂ ਵਾਲੇ ਗੀਤ ਗਾਉਣੇ ਸ਼ੁਰੂ ਕਰੋ। ਵਾਹ। ਖੁੱਲ ਗਿਆ ਲਾਕਡਾਊਨ, ਬਾਹਰ ਜਾਣਾ ਸ਼ੁਰੂ ਕਰੋ। ਬਿਲਕੁਲ ਸਹੀ ਗੱਲ ਹੈ। ਤੇ ਜਿਹੜੇ ਪੰਜਾਬੀ ਇਸ ਵਕਤ ਬਹੁਤ ਅੰਦਰ ਘੁੱਟੇ ਜੇ ਬੈਠੇ ਆ ਨਾ, ਉਹ ਬਾਹਰ ਨਿਕਲੋ, ਉਹ ਗੰਦ ਪਾਓ ਰੱਜ ਕੇ। ਤੇ ਕਰੋਨਾ ਦਾ ਕੀ ਆ, ਏਦਾਂ ਤਾਂ ਬੰਦੇ ਮਰਦੇ ਮੁਰਦੇ ਰਹਿੰਦੇ ਹੁੰਦੇ ਆ। ਜੇ ਤੁਸੀਂ ਇਹ ਸੋਚਦੇ ਹੋ ਤਾਂ ਫਿਰ ਇਹਨਾਂ ਸਤਰਾਂ ਦੇ ਉੱਤੇ ਅਮਲ ਕਰਕੇ ਤੇ ਬਾਹਰ ਜਾਓ। ਪਰ ਜੇਕਰ ਤੁਸੀਂ ਆਪਣੀ ਜ਼ਿੰਦਗੀ ਨੂੰ ਪਿਆਰ ਕਰਦੇ ਹੋ, ਜੇਕਰ ਤੁਹਾਨੂੰ ਆਪਣੇ ਟੱਬਰ ਦੇ ਨਾਲ ਪਿਆਰ ਹੈਗਾ, ਜੇਕਰ ਤੁਸੀਂ ਚਾਹੁੰਦੇ ਆ ਕਿ ਤੁਹਾਡਾ ਆਲਾ ਦੁਆਲਾ ਵੀ ਖੁਸ਼ਹਾਲ ਰਵੇ ਤੇ ਕਿਸੇ ਦਾ ਕਦੇ ਵਾਲ ਨਾ ਵਿੰਗਾ ਹੋਵੇ, ਤਾਂ ਫਿਰ ਆਪਦੇ ਪੈਰਾਂ ਦੇ ਉੱਤੇ ਕਾਬੂ ਰੱਖੋ, ਸੱਭਿਅਕ ਹੋਵੋ। ਅਸੱਭਿਅਕ ਹੋਣ ਦਾ ਸਬੂਤ ਨਾ ਦਿਓ। ਅਖੀਰਲੀਆਂ ਸਤਰਾਂ 'ਚ ਤਾਂ ਸਾਰੀਆਂ ਗੱਲਾਂ ਕੰਪਲੀਟ ਕਰ ਦਿੱਤੀਆਂ, ਪੂਰੀਆਂ ਕਰ ਦਿੱਤੀਆਂ, ਮੁਕੰਮਲ ਹੋ ਗਈਆਂ ਜੀ, ਮੁਕੰਮਲ ਹੋ ਗਈਆਂ। ਕਹਿੰਦੇ ਸੁਣਿਆ ਮੁੜ ਘੁੜ ਬੋੜ ਥੱਲੇ ਆਉਂਦੀ ਖੋਤੀ। ਬਿਲਕੁਲ ਸਹੀ ਹੈ ਨਾ, ਆਪਾਂ ਸਾਰਿਆਂ ਨੇ ਸੁਣਿਆ ਹੈ ਵੀ ਮੁੜ ਘੁੜ ਬੋੜ ਥੱਲੇ ਆਉਂਦੀ ਖੋਤੀ, ਹੌਲੀ ਹੌਲੀ ਪਹਿਲਾਂ ਵਾਲੀ ਥਾਂ ਤੇ ਆਉਣਾ ਸ਼ੁਰੂ ਕਰੋ। ਬਿਲਕੁਲ ਸਹੀ ਗੱਲ ਹੈ। ਤੇ ਆਪਾਂ ਆ ਵੀ ਜਾਣਾ। ਇਹ ਅਸਲ ਦੇ ਵਿੱਚ ਇੱਕ ਵਿਅੰਗਮਈ ਗੱਲ ਕੀਤੀ ਹੈ ਗੁਰਪ੍ਰੀਤ ਘੁੱਗੀ ਨੇ, ਕਿਉਂਕਿ ਉਹ ਜਾਣਦਾ ਵੀ ਅਸੀਂ ਕੀ ਕਰਨ ਜੋਗੇ ਆ ਤੇ ਅਸੀਂ ਕੀ ਕੀ ਕਰ ਰਹੇ ਹਾਂ। ਇਸ ਕਰਕੇ ਭਾਈ, ਜੇਕਰ ਤੁਹਾਨੂੰ ਆਪਣੀ ਜ਼ਿੰਦਗੀ ਨਾਲ ਪਿਆਰ ਨਹੀਂ, ਬਾਅਦ ਦੇ ਵਿੱਚ ਆਪਾਂ ਕਹਿੰਦੇ ਹੁੰਦੇ ਸਰਕਾਰਾਂ ਬਹੁਤ ਮਾੜੀਆਂ, ਸਿਹਤ ਮਹਿਕਮੇ ਦੇ ਪੱਲੇ ਕੁਛ ਨਹੀਂ, PPE ਕਿੱਟ ਤਾਂ ਬਾਹਲੀ ਮਾੜੀ ਨਿਕਲੀ, ਸੈਨੀਟਾਈਜ਼ਰ ਹੈ ਨਹੀਂ ਇਹਨਾਂ ਕੋਲ, ਦਸਤਾਨੇ ਇਹਨਾਂ ਕੋਲ ਹੈ ਨਹੀਂ, ਵੈਂਟੀਲੇਟਰ ਇਹਨਾਂ ਕੋਲ ਹੈ ਨਹੀਂ, ਵੀ ਉਹਨਾਂ ਕੋਲੇ ਤਾਂ ਕੁਝ ਹੈ ਨਹੀਂ। ਇਹ ਤਾਂ ਆਪਾਂ ਨੂੰ ਪਤਾ ਲੱਗ ਗਿਆ। ਸਾਡੇ ਕੋਲੇ ਕੀ ਕੀ ਆ, ਕਿੰਨਾ ਕੁ ਸਬਰ ਆ, ਅਸੀਂ ਕਿੰਨਾ ਕੁ ਰੁਕ ਸਕਦੇ ਹਾਂ, ਅਸੀਂ ਕਦੇ ਇਹਦਾ ਵੀ ਖਿਆਲ ਕਰੀਏ। ਸੋ ਇਹੋ ਜਿਹੀਆਂ ਸਤਰਾਂ ਲਿਖਣ ਵਾਲਿਆਂ ਨੂੰ ਸਲਾਮ ਕਰਨੀ ਬਣਦੀ ਹੈ। ਟੈਣਾ ਸਾਹਿਬ, ਵੈਸੇ ਇਹਨਾਂ ਗੱਲਾਂ ਦਾ ਕੋਈ ਫਾਇਦਾ ਤਾਂ ਨਹੀਂ। ਆਪਾਂ ਹਰ ਰੋਜ਼ ਇੱਥੇ ਬੈਠ ਕੇ ਪਿਛਲੇ 2 ਮਹੀਨਿਆਂ ਤੋਂ ਇਹ ਗੱਲਾਂ ਕਰ ਰਹੇ ਆ ਵੀ ਐ ਨਾ ਕਰੋ, ਐ ਨਾ ਕਰੋ, ਐ ਨਾ ਕਰੋ, ਪਰ ਜਿਹਨੇ ਜੋ ਕਰਨਾ ਉਹਨੇ ਉਹ ਕਰਨਾ ਹੀ ਹੈ। ਆਪਾਂ ਅਕਸਰ ਇਹ ਗੱਲਾਂ ਕਹਿੰਦੇ ਆ ਵੀ ਸਰਕਾਰਾਂ ਦੋਸ਼ੀ ਨੇ, ਸਰਕਾਰਾਂ ਦੋਸ਼ੀ ਨੇ, ਪਰ ਲੋਕ ਵੀ ਉਨੇ ਹੀ ਦੋਸ਼ੀ ਨੇ। ਕਿਉਂਕਿ ਠੀਕ ਹੈ, ਇਹ ਗੱਲ ਮੰਨਦੇ ਆ ਕਿ ਜੇ ਆਪਾਂ ਨਿਊਜ਼ੀਲੈਂਡ ਦੇ ਨਾਲ ਤੁਲਨਾ ਕਰਕੇ ਵੇਖੀਏ ਤਾਂ ਇੱਥੇ ਸਰਕਾਰਾਂ ਨੇ ਲੋਕਾਂ ਨੂੰ ਬਹੁਤ ਸਾਰੀ ਆਰਥਿਕ ਸਹਾਇਤਾ ਵੀ ਦਿੱਤੀ, ਜਿਹਦੇ ਕਰਕੇ ਲੋਕ ਘਰਾਂ ਦੇ ਵਿੱਚ ਰਹੇ, ਪਰ ਨਾਲ ਦੀ ਨਾਲ ਲੋਕਾਂ ਨੇ ਸਰਕਾਰਾਂ ਦਾ ਸਹਿਯੋਗ ਵੀ ਦਿੱਤਾ। ਆਪਣੇ ਉੱਥੇ ਜੇ ਇਸ ਗੱਲ ਦੀ ਤੁਲਨਾ ਕਰਕੇ ਵੇਖੀ ਜਾਏ ਤਾਂ ਠੀਕ ਹੈ, ਮੰਨਦੇ ਆ ਕਿ ਲੋਕ ਜਿਹੜੇ ਸੀ, ਕੁਝ ਕੁ ਨੂੰ ਸੜਕਾਂ ਤੇ ਆਉਣਾ ਪੈਣਾ ਸੀਗਾ ਰੋਟੀ ਪਾਣੀ ਦਾ ਜੁਗਾੜ ਕਰਨ ਦੇ ਲਈ, ਪਰ ਜਿੰਨੇ ਸੜਕਾਂ ਤੇ ਆਏ ਉਹ ਸਾਰੇ ਰੋਟੀ ਪਾਣੀ ਦਾ ਜੁਗਾੜ ਕਰਨ ਲਈ ਨਹੀਂ ਆਏ। ਇਹ ਵੀ ਮੰਨਣਾ ਪਊਗਾ ਜੀ। ਅਸੀਂ ਆਪਦੇ ਅੰਦਰੋਂ ਤਮਾਸ਼ਬੀਰੀ ਨਹੀਂ ਜਿੰਨਾ ਚਿਰ ਕੱਢਦੇ ਨਾ, ਉਨੀ ਦੇਰ ਤੱਕ ਸਾਡਾ ਮਸਲਾ ਨਹੀਂ ਹੱਲ ਹੋਣਾ। ਸਰਕਾਰਾਂ ਭਾਵੇਂ ਜਿਹੜੀ ਮਰਜ਼ੀ ਪਾਰਟੀ ਦੀਆਂ ਹੋਣ। ਉਸ ਤੋਂ ਅਗਲੀ ਗੱਲ ਹਰਬਨ ਜੀ ਇਹ ਹੈ ਵੀ ਲੋਕ ਜਿੰਨਾ ਚਿਰ ਆਪਣਾ ਸਵੈ ਚਿੰਤਨ ਨਹੀਂ ਨਾ ਕਰਦੇ ਵੀ ਅਸੀਂ ਕੀ ਹਾਂ, ਅਸੀਂ ਕੀ ਸਾਂ ਤੇ ਅਸੀਂ ਕੀ ਕਰ ਸਕਾਂਗੇ, ਉਨੀ ਦੇਰ ਤੱਕ ਸਾਡਾ ਕੱਖ ਨਹੀਂ ਬਣਨਾਗਾ, ਭਾਵੇਂ ਜੋ ਮਰਜ਼ੀ ਕਹੀ ਜਾਗੇ ਤੇ ਜੋ ਮਰਜ਼ੀ ਨਹੀਂ ਕਹੀ ਜਾਗੇ। ਸੋ ਸਾਨੂੰ ਸਵੈ ਚਿੰਤਨ ਕਰਨ ਦੀ ਲੋੜ ਆ, ਬਾਕੀ ਗੱਲਾਂ ਕਰਨ ਦੇ ਨਾਲ। ਬਿਲਕੁਲ ਸਹੀ ਗੱਲ ਹੈ। ਤੇ ਜੇ ਹੋ ਸਕੇ ਤੇ ਇਹਨਾਂ ਗੱਲਾਂ ਨੂੰ ਮੰਨ ਕੇ ਵੇਖ ਲਈਏ, ਕਿਉਂਕਿ ਫਾਇਦਾ ਸਾਡਾ ਹੀ ਹੈ। ਤੇ ਗੁਰਪ੍ਰੀਤ ਘੁੱਗੀ ਨੂੰ ਬੇਨਤੀ ਕਰਨੀ ਬਣਦੀ ਹੈ ਕਿ ਇਹੋ ਜਿਹੀਆਂ ਲਾਹਨਤਾਂ ਹੋਰ ਪਾਇਆ ਕਰ, ਕਿਉਂਕਿ ਹੋ ਸਕਦਾ ਵੀ ਸਾਡੀਆਂ ਮਰੀਆਂ ਜ਼ਮੀਰਾਂ ਜਾਗ ਪੈਣ, ਕਿਉਂਕਿ ਹੋ ਸਕਦਾ ਵੀ ਸਾਨੂੰ ਕਦੇ ਨਾ ਕਦੇ ਇਹ ਲੱਗੇ ਜੀ ਕਿ ਅਸੀਂ ਵੀ ਗਲਤ ਆ, ਕਿਉਂਕਿ ਸਾਨੂੰ ਇਹ ਨਹੀਂ ਲੱਗਦਾ ਕਿ ਅਸੀਂ ਗਲਤ ਆ, ਸਾਨੂੰ ਇਹ ਪਤਾ ਵੀ ਸਾਰੇ ਗਲਤ ਆ, ਮੈਨੂੰ ਛੱਡ ਕੇ ਬਾਕੀ ਸਾਰੇ ਪਾਸੇ ਗਲਤ ਹੀ ਗਲਤ ਆ। ਸੋ ਜਿਸ ਦਿਨ ਅਸੀਂ ਇਹ ਮੰਨਣ ਲੱਗ ਪਏ ਕਿ ਮੈਂ ਵੀ ਗਲਤ ਆ, ਸਾਡੇ ਮਸਲੇ ਉਸ ਦਿਨ ਹੱਲ ਹੋਣੇ ਆ, ਉਨੀ ਦੇਰ ਕੋਈ ਹੱਲ ਹੈ ਨਹੀਂ। ਬਿਲਕੁਲ ਸਹੀ ਗੱਲ ਹੈ। ਤੇ ਹੁਣ ਆਪਾਂ ਟਾਣਾ ਸਾਹਿਬ ਅਗਲੀ ਖਬਰ ਵੱਲ ਨੂੰ ਵਧੀਏ। ਅਗਲੀ ਖਬਰ ਵੀ ਆਪਾਂ ਚੰਡੀਗੜ੍ਹ ਦੀ ਸਾਂਝੀ ਕਰ ਲੈਂਦੇ ਆ। ਚੰਡੀਗੜ੍ਹ ਤੋਂ ਇਸ ਖਬਰ ਨੂੰ ਪੜ੍ਹ ਕੇ ਸੱਚੀ ਲਫ਼ਜ਼ ਜਿਹੜੇ ਉਹ ਬੋਣੇ ਪੈ ਗਏ ਕਿ ਲੋਕ ਕਿੱਦਾਂ ਦੀਆਂ ਪਰਿਸਥਿਤੀਆਂ ਦੇ ਵਿੱਚੋਂ ਨਿਕਲਦੇ ਪਏ ਨੇ। ਆਪਾਂ ਨੂੰ ਇਹ ਲੱਗਦਾ ਸੀ ਕਿ ਸ਼ਾਇਦ ਖਾਣ ਪੀਣ ਦਾ ਹੀ ਮਸਲਾ ਹੈ, ਸ਼ਾਇਦ ਲੋਕ ਜਿਹੜੇ ਨੇ ਉਹ ਸਿਰਫ ਇਹਨਾਂ ਮਸਲਿਆਂ ਦੇ ਵਿੱਚ ਉਲਝੇ ਹੋਏ ਨੇ, ਪਰ ਮਸਲੇ ਹੋਰ ਬਹੁਤ ਵੱਡੇ ਨੇ ਜਿਹੜੇ ਖਬਰਾਂ ਰਾਹੀਂ ਆਪਾਂ ਨੂੰ ਪਤਾ ਲੱਗ ਜਾਂਦੇ ਨੇ। ਇਹ ਜਿਹੜੀ ਖਬਰ ਚੰਡੀਗੜ੍ਹ ਤੋਂ ਆਈ ਹੈ, ਇਹਦੇ ਵਿੱਚ ਇਹ ਗੱਲ ਪਤਾ ਲੱਗੀ ਹੈ ਵੀ ਮਾਪਿਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੂੰ ਚਿੱਠੀ ਲਿਖੀ ਹੈ ਕਿ ਉਹ ਆਪਣੀ ਬੱਚੀ ਦਾ ਪੜ੍ਹਾਈ ਲਿਖਾਈ ਦਾ ਖਰਚਾ ਨਹੀਂ ਚੁੱਕ ਸਕਦੇ, ਇਸ ਲਈ ਉਹਨਾਂ ਨੂੰ ਕਿਡਨੀ ਵੇਚਣ ਦੇ ਲਈ ਇਜਾਜ਼ਤ ਦਿੱਤੀ ਜਾਏ। ਹਰਮਨ ਜੀ, ਇਸ ਵਕਤ ਜਿਹੜੇ ਨਿੱਜੀ ਸਕੂਲਾਂ ਵਾਲੇ ਆ ਨਾ, ਵੱਡੀ ਗਿਣਤੀ ਦੇ ਵਿੱਚ, ਸਾਰਿਆਂ ਨੂੰ ਮੈਂ ਇੱਕੋ ਰੱਸੇ ਨਹੀਂ ਬੰਨਦਾ, ਵੱਡੀ ਗਿਣਤੀ ਦੇ ਵਿੱਚ ਨਿੱਜੀ ਸਕੂਲਾਂ ਵਾਲੇ ਚੰਬਦੀਆਂ ਚਲਾ ਰਹੇ ਆ, ਉਹ ਮਾਪਿਆਂ ਦੀਆਂ ਜੇਬਾਂ ਪਾੜ ਰਹੇ ਆ, ਉਹ ਉਹਨਾਂ ਦੀ ਆਰਥਿਕ ਤੌਰ ਦੇ ਉੱਤੇ ਲੁੱਟ ਕਰ ਰਹੇ ਆ। ਇੱਕ ਹੋਰ ਗੱਲ ਮੈਂ ਦੱਸਣੀ ਚਾਹੁੰਦਾ ਕਿ ਵੱਡੀ ਗਿਣਤੀ ਦੇ ਵਿੱਚ ਪ੍ਰਾਈਵੇਟ ਸਕੂਲ ਇਹੋ ਜਿਹੇ ਵੀ ਆ ਵੀ ਜਿਹੜੇ ਕਿਸੇ ਵੀ ਨੌਜਵਾਨ ਮੁੰਡੇ ਨੂੰ ਜਾਂ ਕੁੜੀ ਨੂੰ ਰੱਖਦੇ ਅਧਿਆਪਕ, ਜਦੋਂ ਉਹਨਾਂ ਨੂੰ 6000 7000 8000 5000 4000 ਰੁਪਇਆ ਤਨਖਾਹ ਦਿੰਦੇ ਆ, ਉਹਨਾਂ ਦੇ ਖਾਤੇ ਦੇ ਵਿੱਚ 20000 ਰੁਪਇਆ ਪਾਉਂਦੇ ਆ ਤੇ ਅਗਲੇ ਦਿਨ ਕਹਿ ਦਿੰਦੇ ਆ ਜੀ ਕਿ 13000 ਰੁਪਇਆ ਬੈਂਕ ਦੇ ਵਿੱਚੋਂ ਕਢਵਾ ਕੇ ਸਾਨੂੰ ਵਾਪਸ ਕਰ ਦੇ। ਕਿਉਂਕਿ ਜੇਕਰ ਕੱਲ ਨੂੰ ਕੋਈ ਛਾਪਾ ਪਿਆ, ਜੇਕਰ ਕੋਈ ਇਨਕੁਆਰੀ ਪੜਤਾਲ ਹੋਈ, ਤਾਂ ਫਿਰ ਉਹ ਕਹਿਣਗੇ ਜੀ ਅਸੀਂ ਤੈਨੂੰ 20000 ਰੁਪਇਆ 25000 ਰੁਪਇਆ ਤਨਖਾਹ ਦਿੰਦੇ ਆ। ਇਹ ਵੀ ਇੱਕ ਆਰਥਿਕ ਲੁੱਟ ਆ। ਉਹਨਾਂ ਦੀਆਂ ਬੱਸਾਂ ਕਿਹੋ ਜਿਹੀਆਂ ਹੁੰਦੀਆਂ, ਉਹਨਾਂ ਦੇ ਪ੍ਰਬੰਧ ਕਿਹੋ ਜਿਹੇ ਹੁੰਦੇ ਆ, ਆਪਾਂ ਜਾਣਦੇ ਆ। ਇਹ ਹੱਟੀਆਂ ਖੋਲੀਆਂ ਸਕੂਲਾਂ ਦੇ ਨਾਂ ਦੇ ਉੱਤੇ ਵਿਦਿਆ ਦੀਆਂ। ਪਰ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ, ਇਹ ਸੱਚੀ ਮੁੱਚੀ ਸਹੀ ਹੈ ਵੀ ਇੱਕ ਟੱਬਰ ਨੇ ਸੈਕਟਰ 44 ਦੇ ਵਿੱਚ ਚੰਡੀਗੜ੍ਹ ਦੇ ਵਿੱਚ ਰਹਿਣ ਵਾਲਾ ਵਿਅਕਤੀ ਹੈ, ਉਹਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਵੀ ਪ੍ਰਾਈਵੇਟ ਸਕੂਲਾਂ ਨੇ ਬਹੁਤ ਫੀਸ ਮੰਗੀ ਆ
ਤਾਲਾਬੰਦੀ ਦੇ ਵਿੱਚ ਮੇਰਾ ਕੰਮ ਛੁੱਟ ਗਿਆ, ਮੇਰੀ ਘਰਵਾਲੀ ਦਾ ਆਪਰੇਸ਼ਨ ਹੋਇਆ, ਮੈਂ ਉਧਾਰ ਫੜ ਕੇ ਤਾਲਾਬੰਦੀ ਦੇ ਵਿੱਚ ਆਪਰੇਸ਼ਨ ਕਰਵਾਇਆ। 5 ਜੀ ਆ ਜਿਹੜੇ ਉਹ ਭੁੱਖੇ ਮਰਨ ਵਾਲੀ ਗੱਲ ਹੋਈ ਪਈ ਆ, ਮੈਂ ਇਕੱਲਾ ਕਮਾਉਣ ਵਾਲਾ, ਮੇਰੇ ਕੋਲੇ ਹੁਣ ਕੰਮ ਹੈ ਨਹੀਂ, ਮੈਂ ਸਕੂਲ ਦੀ ਫੀਸ ਕਿਵੇਂ ਭਰਾਂ? ਤੇ ਮੇਰੀ ਬੇਨਤੀ ਹੈ ਕਿ ਮੈਂ ਨਾ ਕਿਡਨੀ ਵੇਚਣੀ ਚਾਹੁੰਦਾ, ਪ੍ਰਧਾਨ ਮੰਤਰੀ ਸਾਹਿਬ ਨੂੰ ਆਗਿਆ ਦਿੱਤੀ ਜਾਵੇ। ਅਸਲ ਦੇ ਵਿੱਚ ਉਹਨੇ ਸ਼ਰਮ ਦਿੱਤੀ ਹੈ ਵੀ ਸਾਡੇ ਦੇਸ਼ ਦੇ ਪ੍ਰਬੰਧ ਕਿਹੋ ਜਿਹੇ ਆ, ਪਤਾ ਨਹੀਂ ਇਸ ਗੱਲ ਦੇ ਉੱਤੇ ਕਿਸੇ ਨੇ ਅਮਲ ਕਰਨਾ ਕਿ ਨਹੀਂ। ਇਸ ਸ਼ਖਸ ਦਾ ਨਾਮ ਅਤੁਲ ਵੋਰਾ ਹੈ ਟਾਣਾ ਸਾਹਿਬ, ਜਿਹਨੇ ਇਹ ਚਿੱਠੀ ਲਿਖੀ ਹੈ। ਸੋ ਮੈਨੂੰ ਲੱਗਦਾ ਹੈ ਵੀ ਹੋ ਸਕਦਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹਨੂੰ ਚਿੱਠੀ ਨੂੰ ਪੜ੍ਹ ਕੇ ਜ਼ਰੂਰ ਕੋਈ ਫੈਸਲਾ ਲੈਣ, ਤੇ ਲੈਣਾ ਵੀ ਚਾਹੀਦਾ ਹੈ, ਕਿਉਂਕਿ ਇਹ ਕਿਸੇ ਇੱਕ ਪਰਿਵਾਰ ਦੀ ਗੱਲ ਨਹੀਂ, ਬਹੁਤਿਆਂ ਪਰਿਵਾਰਾਂ ਦੇ ਪਿੱਛੇ ਜਿਹੜਾ ਕਹਿ ਲਓ ਜਿਹੜਾ ਉਹਨਾਂ ਦਾ ਰੋਣਾ ਹੈ, ਜਿਹੜੀ ਉਹਨਾਂ ਦੀ ਸਮੱਸਿਆ ਉਹ ਇਹੀ ਹੈ ਕਿ ਨਿਆਣੇ ਉਹਨਾਂ ਨੂੰ ਪੜਾਉਣੇ ਵੀ ਚੰਗੇ ਸਕੂਲਾਂ ਦੇ ਵਿੱਚ ਪੈਂਦੇ ਨੇ ਤੇ ਉੱਥੇ ਫੀਸਾਂ ਦੇ ਵੀ ਢੇਰ ਦੇਣੇ ਪੈਂਦੇ ਨੇ, ਜਿਹਦੇ ਕਰਕੇ ਲੋਕ ਪਰੇਸ਼ਾਨ ਨੇ। ਸੋ ਆਪਾਂ ਇੱਥੇ ਇੱਕ ਨਿੱਕਾ ਜਿਹਾ ਵਕਫਾ ਲੈਂਦੇ ਆ, ਬਾਕੀ ਦੀ ਗੱਲ ਬਾਅਦ ਚ ਜਾਰੀ ਰੱਖਾਂਗੇ। ਇਹ ਹੁਣ ਅਗਲੀ ਖਬਰ ਸਾਂਝੀ ਕਰਦੇ ਆ ਜੀ ਬਿਲਕੁਲ ਟਾਣਾ ਸਾਹਿਬ, ਬਈ ਮੈਂ ਕਹਿੰਨੀ ਅਨਰਥ ਹੋ ਗਿਆ, ਅਨਰਥ ਹੋ ਗਿਆ, ਹੋਰ ਅਨਰਥ ਹੋ ਗਿਆ, ਪੱਲੇ ਕੁਛ ਨਹੀਂ ਰਿਹਾ। ਹੋਰ ਕੀ ਕਿਹੋ ਜੇ ਕੰਮ ਲੋਕ ਕਰਦੇ ਨੇ? ਤਬਾਈਆਂ ਉੱਠ ਖੜੀਆਂ, ਪੂਰੀਆਂ ਉੱਠ ਖੜੀਆਂ, ਨੇਰੀਆਂ ਆਹਟੀਆਂ। ਹਾਂ ਅੱਗੇ ਵੀ ਚੱਲੋ ਫਿਰ। ਹੁਣ ਮੈਨੂੰ ਖਬਰ ਹੀ ਸਾਂਝੀ ਕਰਨ ਦੇ, ਤੁਸੀਂ ਭੂਮਿਕਾ ਹੀ ਬੰਨੀ ਜਾਂਦੇ ਆ ਜੀ, ਐ ਹੋ ਗਿਆ ਉਹ ਹੋ ਗਿਆ ਐ ਹੋ ਗਿਆ। ਹੁਣ ਖਬਰ ਸੁਣੋ ਜੀ, ਬਈ ਤੀਵੀਂ ਤੇ ਆਦਮੀ ਦਾ ਰਿਸ਼ਤਾ ਜਿਹੜਾ ਹੈ, ਵਿਆਹ ਤੋਂ ਬਾਅਦ ਜਿਹੜਾ ਰਿਸ਼ਤਾ ਹੈ, ਉਹ ਬਹੁਤ ਪਵਿੱਤਰ, ਬੜਾ ਚੰਗਾ, ਸੂਝਵਾਨ ਰਿਸ਼ਤਾ ਹੁੰਦਾ ਹੈ। ਬਿਲਕੁਲ ਜੀ, ਜੇਕਰ ਬਣਦੀ ਹੋਵੇ ਤਾਂ। ਪਰ ਲੋਕ ਬੜੇ ਚੁਟਕਲੇ ਬਣਾਉਂਦੇ ਨੇ ਇਹਦੇ ਉੱਪਰ ਵੀ। ਉਹ ਕਿਉਂ? ਕਹਿੰਦੇ ਵੀ ਬੰਦਾ ਜਿਹੜਾ ਉਹ ਘੜੇ ਵਰਗਾ ਹੁੰਦਾ ਹੈ, ਔਰਤ ਜਿਹੜੀ ਉਹ ਪਾਣੀ ਵਰਗੀ ਹੁੰਦੀ ਹੈ, ਜਦੋਂ ਦੋਵਾਂ ਦਾ ਵਿਆਹ ਹੋ ਜਾਂਦਾ ਤਾਂ ਚਿੱਕੜ ਬਣ ਜਾਂਦਾ। ਅੱਛਾ, ਬੰਦਾ ਘੜੇ ਵਰਗਾ ਹੁੰਦਾ, ਔਰਤ ਪਾਣੀ ਵਰਗੀ ਹੁੰਦੀ ਆ, ਜਦੋਂ ਦੋਵੇਂ ਮਿਲ ਜਾਣ ਤਾਂ ਚਿੱਕੜ ਬਣ ਜਾਂਦਾ। ਕਿੰਨੇ ਸੁਲੱਖਣੇ ਵਿਚਾਰ ਆ ਤੁਹਾਡੇ। ਉਹ ਮੇਰੇ ਨਹੀਂ, ਮੈਂ ਕਹੀ ਨਹੀਂ, ਲੋਕ ਬਹੁਤ ਮੈਂ ਨਾ ਤੁਸੀਂ ਤਾਂ ਹੱਦ ਹੀ ਕਰ ਦਿੰਦੇ ਹੋ, ਕਈ ਵਾਰ ਅੱਤ ਕਰਾ ਛੱਡਦੇ ਹੋ। ਇੰਨੇ ਨਿੱਗਰ ਵਿਚਾਰ, ਇੰਨੇ ਪਵਿੱਤਰ ਖਿਆਲ। ਇਹਨਾਂ ਵਿਚਾਰਾਂ ਦਾ ਮੇਰੇ ਨਾਲ ਕੋਈ ਸੰਬੰਧ ਨਹੀਂ ਹੈਗਾ, ਇਹ ਵਿਚਾਰ ਲੋਕ ਪੇਸ਼ ਕਰਦੇ ਨੇ, ਮੈਂ ਤਾਂ ਉਹ ਪੇਸ਼ ਕੀਤੇ ਨੇ। ਅੱਛਾ, ਮੈਂ ਸੋਸ਼ਲ ਮੀਡੀਆ ਤੇ ਪੜ੍ਹੇ ਸੀ ਇਹ ਵਿਚਾਰ, ਮੈਂ ਕਿਹਾ ਕੋਈ ਬਾੜਾ ਹੀ ਤੰਗ ਹੋਣਾ ਵਿਚਾਰਾ ਜਿਹਨੇ। ਅੱਜ ਮੈਂ ਵੀ ਵਿਚਾਰ ਪੜ੍ਹ ਕੇ ਆਇਆ। ਕੀ ਉਹ ਇਹ ਸੀ, ਕਹਿੰਦੇ ਵੀ ਬਾਹਰ ਇੱਕ ਰੇੜੀ ਵਾਲਾ ਕਹਿੰਦਾ ਵੀ 200 ਰੁਪਏ ਦੇ ਵਿੱਚ ਉਮਰ ਭਰ ਬੈਠ ਕੇ ਖਾਓ। ਕਹਿੰਦਾ ਅਸੀਂ ਭੱਜ ਕੇ ਬਾਹਰ ਆ ਗਏ, ਵੀ ਪਤਾ ਨਹੀਂ ਕਿਹੜੀ ਚਮਤਕਾਰੀ ਗੱਲ ਆ, ਬਾਹਰ ਵੇਖਿਆ ਨਿਕਲ ਕੇ ਚਟਾਈਆਂ ਵੇਚਦਾ ਫਿਰ 200 ਰੁਪਏ ਦੀ ਚਟਾਈ, ਸਾਰੇ ਜਿਹੜੇ ਇਹਦੇ ਤੇ ਬੈਠ ਕੇ ਖਾਓ। ਬਿਲਕੁਲ ਸਹੀ ਹੈ, ਅਗਲਾ ਆਪਣੀ ਥਾਂ ਸੱਚਾ ਹੈ, ਅਗਲੇ ਦਾ ਇਹ ਮਾਰਕੀਟਿੰਗ ਕਰਨ ਦਾ, ਵਪਾਰ ਕਰਨ ਦਾ ਇੱਕ ਤਰੀਕਾ ਹੈ ਜੀ। ਪਰ ਮੈਂ ਜਿਹੜੀ ਘਰ ਵਾਲੀ ਦੀ ਗੱਲ ਕੀਤੀ ਸੀ, ਉਹਦੇ ਤੇ ਆਈ ਹੈ ਦੁਬਾਰਾ ਤੋਂ। ਦੇਖੋ ਘੋਰ ਅਨਰਥ ਹੋ ਗਿਆ ਟਾਣਾ ਸਾਹਿਬ। ਹੋ ਕੀ ਗਿਆ, ਅਗਲੀ ਗੱਲ ਵੀ ਕਰੋਗੇ ਜਾਂ ਘੋਰ ਦੇ ਵਿੱਚ ਹੀ ਫਸੇ ਰਵਾਂਗੇ? ਕੇਰਲਾ ਦੇ ਵਿੱਚ ਨਾ ਇੱਕ ਜਗ੍ਹਾ ਹੈ ਪਥਨਮਥਿੱਟਾ। ਪਥਨਮਥਿੱਟਾ, ਹਾਂਜੀ, ਬੜਾ ਔਖਾ ਜਿਹਾ ਨਾਮ, ਬਹੁਤ ਔਖਾ ਨਾਮ ਹੈ ਇਹ ਨਾ। ਉੱਥੇ ਕਹਿੰਦੇ ਇੱਕ ਬੰਦਾ, ਉਹਨੇ ਆਪਣੀ 25 ਸਾਲਾਂ ਜਿਹੜੀ ਉਹਦੀ ਘਰ ਵਾਲੀ ਹੈ, ਉਹਨੂੰ ਕੋਬਰਾ ਦਾ ਡੰਗ ਮਰਵਾ ਕੇ ਮਾਰਤਾ। ਹਰੇ ਹਰੇ ਘਾਹ ਉੱਤੇ ਸੱਪ ਫੂਕਾ ਮਾਰਦਾ, ਭੱਜੋ ਵੀਰੋ ਵੇ ਬਾਪੂ ਕੱਲਾ ਮੱਝਾ ਚਾਰਦਾ। ਤਾਂ ਮੈਂ ਸੁਣਿਆ ਸੀ, ਪਰ ਵਹੁਟੀ ਤੇ ਸੱਪ ਦਾ ਡੰਗ ਮਰਾਤਾ ਇਹ ਪਹਿਲੀ ਵਾਰ ਸੁਣਿਆ। ਟਾਣਾ ਸਾਹਿਬ, ਇਸ ਗੱਲ ਨਾਲ ਕੋਈ ਸੀਗਾ ਲਿੰਕ? ਸੱਪ ਦੇ ਨਾਲ ਤਾਂ ਸੀ ਨਾ, ਕਿਤੇ ਵੀ ਕੋਈ ਗੱਲ ਆਪਾਂ ਜੋੜ। ਮੈਂ ਹੈਰਾਨ ਰਹਿ ਗਿਆ ਵੀ ਵਹੁਟੀ ਦੇ ਡੰਗ ਮਰਾਤਾ ਜੀ। ਉਹ ਸੁੱਤੀ ਪਈ ਸੀ ਕਿ ਜਾਗਦੀ ਸੀ? ਉਹ ਸੁੱਤੀ ਪਈ ਸੀ, ਜਾਗਦੀ ਹੁੰਦੀ ਤੇ ਉਹ ਮਰਵਾਉਣ ਦਿੰਦੀ। ਹਾਂ, ਇਹ ਵੀ ਗੱਲ ਸਹੀ ਆ ਟਾਣਾ ਸਾਹਿਬ, ਕਾਮਨ ਸੈਂਸ। ਹਾਂ, ਮੈਂ ਸਮਝ। ਜਿਹੜੇ ਲੋਕ ਇਦਾਂ ਦੀਆਂ ਗਲਤ ਗੱਲਾਂ ਸੋਚਦੇ ਆ ਜੀ, ਮੈਂ ਉਹਨਾਂ ਦੇ ਬਹੁਤ ਖਿਲਾਫ ਆ, ਤੇ ਜਿਹੜੀ ਮੈਂ ਗੱਲ ਸੁਣਾਉਣ ਲੱਗਾ ਉਹਦੇ ਤਾਂ ਮੈਂ ਵੈਸੇ ਹੀ ਖਿਲਾਫ ਆ। ਨਹੀਂ, ਇੱਕ ਮਿੰਟ, ਪਹਿਲਾਂ ਮੈਂ ਇਹਦਾ ਪੂਰਾ ਬਿਊਰਾ ਦੇ ਦਵਾਂ। ਮੈਂ ਤੁਹਾਨੂੰ ਨਿੱਕੀ ਜੀ ਗੱਲ ਦੱਸਦਾ, ਬਾਅਦ ਚ ਗੱਲ ਸੁਣਾਇਓ ਨਾ। ਕਹਿੰਦੇ ਵੀ ਇੱਕ ਵਾਰੀ ਮੇਰੀ ਖਬਰ ਵਿੱਚ ਹੀ ਰਹਿ ਜਾਣੀ ਹੈ ਜੀ। ਇਹ ਬੰਦੇ ਨੇ ਪਹਿਲਾਂ ਵੀ ਇਹ ਕੰਮ ਕੀਤਾ ਸੀ, ਉਦੋਂ ਬਚ ਗਈ। ਉਦੋਂ ਜਨਾਨੀ ਬਚ ਗਈ, ਉਦੋਂ ਜਾਗਦੀ ਹੋਣੀ ਹੈ, ਪਤਾ ਨਹੀਂ ਜਾਗਦੀ ਸੀ ਸੁੱਤੀ ਸੀ, ਪਰ ਉਦੋਂ ਬਚ ਗਈ। ਅੱਛਾ, ਤੇ ਹੁਣ ਦੁਬਾਰਾ ਤੋਂ ਇਹਨੇ ਕੋਬਰੇ ਦਾ ਡੰਗ ਮਰਵਾਇਆ ਉਹਨੂੰ, ਤੇ ਹੁਣ ਔਰਤ ਜਿਹੜੀ ਆ ਮਰ ਗਈ, ਤੇ ਸਪੇਰੇ ਨੂੰ ਵੀ ਗ੍ਰਿਫਤਾਰ ਕਰ ਲਿਆ ਪੁਲਿਸ ਵਾਲਿਆਂ ਨੇ ਜੀ। ਤੋਂ ਇਹ ਲੈ ਕੇ ਆਉਂਦਾ ਸੀਗਾ ਸੱਪ ਜੀ। ਬਈ ਇਹੋ ਜਿਹੇ ਸਪੇਰੇ ਦੀ ਕੋਈ ਲੋੜ ਨਹੀਂਗੀ, ਇਹੋ ਜਿਹੇ ਸਪੇਰੇ ਬਹੁਤ ਨੁਕਸਾਨਦਾਇਕ ਆ, ਇਹੋ ਜਿਹੇ ਸਪੇਰੇ ਦੀ ਬੀਨ ਭਰਨ ਦੇਣੀ ਚਾਹੀਦੀ ਆ, ਇਹੋ ਜਿਹੇ ਸਪੇਰਿਆਂ ਦੀ ਪਟਾਰੀ ਚੱਕ ਲੈਣੀ ਚਾਹੀਦੀ ਆ। ਬੰਦੇ ਦੀਆਂ ਨਹੀਂ ਹੱਡੀਆਂ ਭੰਨਣੀਆਂ ਚਾਹੀਦੀਆਂ। ਬੰਦੇ ਦੇ ਉੱਤੇ ਪਰਚਾ ਦਰਜ ਹੋ ਗਿਆ, ਜਿਹਨੇ ਇਹੋ ਜਿਹਾ ਗੁਨਾਹ ਕੀਤਾ ਉਹਦੇ ਨਾਲ ਕਾਨੂੰਨ ਨਜਿੱਠੂਗਾ ਜੀ। ਇਹਦਾ ਸੋਚਣਾ ਨਹੀਂ ਚਾਹੀਦਾ। ਤੁਹਾਡੀ ਕਿਸੇ ਗੱਲੋਂ ਨਹੀਂ ਨਿਭਦੀ ਟਾਣਾ ਸਾਹਿਬ, ਤੁਹਾਡੇ ਇਸ਼ਾਰੇ ਤੁਹਾਡੀ ਗੱਲ ਨਾਲ ਨਹੀਂ ਮੇਲ ਖਾਂਦੇ, ਇਦਾਂ ਨਹੀਂ ਸੋਚਣਾ ਚਾਹੀਦਾ। ਕਿਸੇ ਗੱਲੋਂ ਨਹੀਂ ਨਿਭਦੀ, ਗੱਲ ਸੁਣੋ ਨਾ, ਜੇ ਤੁਹਾਡੀ ਨਹੀਂ ਨਿਭਦੀ ਤਾਂ ਸੱਪਾਂ ਦੇ ਰਾਹੀਂ ਥੋੜੀ ਮਸਲੇ ਹੱਲ ਕਰਨੇ ਆ। ਤੁਸੀਂ ਉਦਾਂ ਅੱਡ ਹੋ ਜਾਓ ਵੀ ਭਾਈ ਮੇਰੇ ਤੇਰੇ ਨਾਲ ਵਿਚਾਰ ਨਹੀਂ ਮਿਲਦੇ, ਤੂੰ ਮੇਰੀ ਨਹੀਂ ਹੋ ਸਕਦੀ, ਮੈਂ ਤੇਰਾ ਨਹੀਂ ਹੋ ਸਕਦਾ, ਦਿਲੀ ਤੌਰ ਤੇ। ਅੱਛਾ ਜੀ, ਇੱਕੋ ਛੱਤ ਥੱਲੇ ਰਹਿਣ ਦਾ ਮਤਲਬ ਇਹ ਨਹੀਂ ਕਿ ਆਪਣੇ ਦਿਲ ਵੀ ਸਾਂਝੇ। ਹਾਂ, ਨਾ ਮੈਂ ਤੇਰੀ ਨਾ ਤੂੰ ਮੇਰਾ, ਛੱਡ ਕੇ ਜਾਵੀਂ ਵੇ। ਜੋ ਅਲੜਪੁੜੇ ਦੇ ਵਿੱਚ ਲਾਈਆਂ ਭੁੱਲ ਹੀ ਜਾਵੀਂ ਵੇ। ਬਿਲਕੁਲ ਸਹੀ, ਵਾਹ, ਛਾ ਗਏ ਟਾਣਾ ਸਾਹਿਬ। ਸੋ ਇਸ ਕਰਕੇ ਸੱਪਾਂ ਨੂੰ ਵਿਚਾਲੇ ਪਾਉਣ ਦੀ ਕੋਈ ਲੋੜ ਨਹੀਂ ਸੀ ਜੀ। ਜਿੱਥੇ ਤੀਜਾ ਆ ਗਿਆ ਕੰਮ ਗਲਿਆ, ਇੱਥੇ ਸੱਪ ਆਇਆ, ਕੋਬਰਾ ਆਇਆ, ਇਹਨੇ ਕੰਮ ਖਰਾਬ ਕਰਤਾ। ਤੇ ਹੁਣ ਬਹੁਤ ਵੱਡੇ ਪੱਧਰ ਦੇ ਉੱਤੇ ਇਸ ਬੰਦੇ ਦੀਆਂ ਖਬਰਾਂ ਬਣੀਆਂ, ਤੇ ਇਸ ਬੰਦੇ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ। ਜਿੱਥੇ ਤੀਜਾ ਆਇਆ, ਹਾਂ ਠੀਕ ਹੈ, ਤੁਸੀਂ ਕੋਈ
ਗੱਲ ਸੁਣਾਉਣ ਲੱਗੇ ਸੀ, ਉਹ ਉਹ ਸੁਣਾਓ। ਇਸ ਕੀ ਦੇਖੋ, ਮੈਂ ਇਸ ਗੱਲ ਦੇ ਖਿਲਾਫ ਆ। ਜਿਹੜੇ ਵੀ ਬੰਦੇ ਨੇ ਇਹ ਗੱਲ ਬਣਾਈ ਆ, ਮੈਂ ਉਹਦੇ ਬਹੁਤ ਉਲਟਾ ਸਿਧਾਂਤਕ ਤੌਰ ਦੇ ਉੱਤੇ ਮੈਨੂੰ ਪਸੰਦ ਨਹੀਂ ਕਰਦਾ। ਬੀਬੀਆਂ ਤੇ ਬੱਚੇ ਭਾਵੇਂ ਪਰੇ ਹੋ ਜਾਓ। ਉਹ ਇਹ ਆ ਜੀ, ਮੈਂ ਫੇਰ ਉੱਠ ਕੇ ਜਾਵਾਂ? ਨਹੀਂ ਤੁਸੀਂ ਤਾਂ ਬੈਠੇ ਤੁਸੀਂ ਕਿਹਾ ਰਹੋ, ਬੀਬੀਆਂ ਬੱਚੇ ਪਰੇ ਹੋ ਜਾਓ। ਤੁਸੀਂ ਤਾਂ ਮੁੰਡਿਆਂ ਵਰਗੇ ਹੋ। ਉਹ ਇਸ ਤਰ੍ਹਾਂ ਗੱਲ ਆ, ਕਹਿੰਦੇ ਵੀ ਇੱਕ ਵਾਰੀ ਨਾ ਇੱਕ ਔਰਤ ਸੁੱਤੀ ਪਈ ਤੇ ਉਹਦੇ ਕੋਲੇ ਨਾ ਇੱਕ ਸੱਪ ਫਿਰੇ ਤੁਰਿਆ ਤੇ ਸੱਪ ਡੰਗ ਮਾਰ ਨਹੀਂ ਲੱਗਾ ਸੀਗਾ ਤੇ ਔਰਤ ਨੂੰ ਜਾਗ ਆ ਗਈ ਤੇ ਉਹ ਅਬੜਵਾਏ ਉੱਠੀ। ਉਧਰੋਂ ਘਰ ਵਾਲਾ ਵੀ ਉੱਠ ਖੜਿਆ ਜੀ। ਉਹ ਕਹਿੰਦੀ ਜੀ ਦੇਖੋ ਸੱਪ ਮੈਨੂੰ ਡੰਗਣ ਆਇਆ। ਕਹਿੰਦਾ ਕਮਲੀਏ ਵਿਚਲੀ ਗੱਲ ਸਮਝਿਆ ਕਰ, ਉਹਦਾ ਜ਼ਹਿਰ ਮੁੱਕ ਗਿਆ ਸੀ, ਉਧਾਰਾ ਲੈਣ ਆਇਆ ਸੀ। ਏਦਾਂ ਦੀ ਗੱਲ ਕੋਈ ਕਿਵੇਂ ਕਰ ਜੂਗਾ? ਮੈਂ ਇਸ ਗੱਲ ਨੂੰ ਬਿਲਕੁਲ ਨਹੀਂ ਪਸੰਦ ਕਰਦਾ। ਏਦਾਂ ਦੀਆਂ ਗੱਲਾਂ ਨਹੀਂ ਕਰੀਦੀਆਂ। ਟਾਣਾ ਸਾਹਿਬ ਆਪਣਾ ਕੋਈ ਸਟੈਂਡ ਹੈ ਕਿ ਨਹੀਂ? ਸਾਈਕਲ ਦਾ ਵੀ ਹੁੰਦਾ ਹੈ ਪਰ ਆਪਣਾ ਨਹੀਂ ਦਿਖ ਰਿਹਾ ਇੱਥੇ। ਦੇਖੋ ਜਿਹਨੇ ਵੀ ਆ ਗੱਲ ਬਣਾਈ ਮੈਂ ਉਹਦੇ ਖਿਲਾਫ ਹਾਂ। ਨਹੀਂ, ਹੱਦ ਹੋ ਗਈ। ਕਮਾਲਾਂ ਹੀ ਕਰ ਜਾਂਦੇ ਹੋ ਵੈਸੇ ਤੁਸੀਂ। ਪਰ ਬਹੁਤ ਮਾੜੀ ਚੀਜ਼ ਹੈ। ਵੇਖੋ ਇਹ ਹਾਸਾ ਮਜ਼ਾਕ ਇੱਕ ਬੰਨੇ ਰਿਹਾ, ਪਰ ਜੇਕਰ ਤੁਹਾਡੀ ਕਿਸੇ ਨਾਲ ਨਹੀਂ ਨਿਭਦੀ, ਨਹੀਂ ਬਣਦੀ ਤੇ ਤੁਹਾਡੇ ਵਿਚਾਰਧਾਰਕ ਮਤਭੇਦ ਨੇ ਤਾਂ ਤੁਸੀਂ ਅੱਡ ਹੋ ਜਾਓ। ਭਾਵੇਂ ਵੀ ਆਪਣਾ ਨਹੀਂ ਨਿਭਦੀ, ਆਪਾਂ ਅੱਡ ਰਹੀਏ। ਕਿਸੇ ਦੀ ਜ਼ਿੰਦਗੀ ਲੈਣ ਦਾ ਹੱਕ ਕਿਸੇ ਕੋਲ ਨਹੀਂ ਹੈਗਾ, ਕਿਸੇ ਨੂੰ ਵੀ ਨਹੀਂ। ਬਿਲਕੁਲ ਸਹੀ ਗੱਲ ਜੀ। ਸੋ ਇਹ ਵੈਸੇ ਨਾ ਇਹ ਸਾਨੂੰ ਥੋੜਾ ਜਿਹਾ ਹੁਣ ਕਹਿ ਲਓ ਤਰਕ ਨਾਲ ਜਿਉਣਾ ਆਉਣਾ ਚਾਹੀਦਾ ਹੈ ਵੀ ਜੇਕਰ ਸਾਡੀ ਕਿਸੇ ਵੀ ਗੱਲ ਤੋਂ ਕਿਸੇ ਦੇ ਨਾਲ ਕੋਈ ਨਾਰਾਜ਼ਗੀ ਹੈ, ਨਹੀਂ ਨਿਭਦੀ, ਤਾਂ ਪੂਰੀ ਜ਼ਿੰਦਗੀ ਗਾਲਣ ਨਾਲੋਂ, ਪੂਰੀ ਜ਼ਿੰਦਗੀ ਖਰਾਬ ਕਰਨ ਨਾਲੋਂ ਚੰਗਾ ਹੈ ਵੀ ਤੁਸੀਂ ਅੱਡ-ਅੱਡ ਹੋ ਜਾਓ। ਤੁਸੀਂ ਨਾ ਤਾਂ ਅਗਲੇ ਦੀ ਜ਼ਿੰਦਗੀ ਰੋਲੋ, ਨਾ ਆਪਣੀ ਰੋਲੋ। ਇਹ ਵੀ ਗੱਲ ਸੱਚੀ ਹੈ। ਇੱਕ ਮੈਂ ਹੋਰ ਦੱਸਦਾ ਵੀ ਭਾਰਤ ਦੇ ਵਿੱਚ ਵੱਡੀ ਗਿਣਤੀ ਚ ਲੋਕ ਇਹੋ ਜਿਹੇ ਵੀ ਆ ਜਿਨ੍ਹਾਂ ਦੇ ਵਿਚਾਰ ਨਹੀਂ ਮਿਲਦੇ, ਪਰ ਉਹ ਇਸ ਗੱਲ ਕਰਕੇ ਨਿੱਤ ਜੁੱਤੀ ਵੀ ਉੱਥੇ ਹੀ ਖੜਕਦੀ ਆ, ਰਹਿੰਦੇ ਵੀ ਉੱਥੇ ਹੀ ਆ, ਸੌਂਦੇ ਵੀ ਉੱਥੇ ਹੀ ਆ, ਚਪੇੜਾ ਵੀ ਲਾਉਂਦੇ, ਇੱਕ ਦੂਜੇ ਦੇ ਦੋਸ਼ ਵੀ ਲਾਉਂਦੇ ਆ, ਇੱਜ਼ਤ ਵੀ ਨਹੀਂ ਕਰਦੇ, ਦਿਲੀ ਤੌਰ ਤੇ ਪਸੰਦ ਵੀ ਨਹੀਂ ਕਰਦੇ, ਪਰ ਰਹਿੰਦੇ ਤਾਂ ਕਰਕੇ ਵੀ ਰਿਸ਼ਤੇਦਾਰ ਕੀ ਕਹਿਣਗੇ, ਲੋਕ ਕੀ ਕਹਿਣਗੇ, ਆਂਢ ਗੁਆਂਢ ਕੀ ਕਹੂਗਾ। ਵੀ ਆਪਾਂ ਇਹਨਾਂ ਗੱਲਾਂ ਤੋਂ ਥੋੜਾ ਜਿਹਾ ਉੱਤੇ ਉੱਠੀਏ ਵੀ ਇੱਕ ਦੂਜੇ ਨੂੰ ਮਾਰਨ ਦੇ ਨਾਲੋਂ ਦਿਲੀ ਤੌਰ ਦੇ ਉੱਤੇ ਜੇਕਰ ਸਾਡੀਆਂ ਦੂਰੀਆਂ, ਤਾਂ ਇਹ ਅੱਡ ਹੋਣ ਦੇ ਹੋਰ ਵੀ ਤਰੀਕੇ ਆ। ਇੱਕ ਦੂਜੇ ਦੀ ਜ਼ਿੰਦਗੀ ਨੂੰ ਖਰਾਬ ਕਰਨਾ, ਇੱਕ ਦੂਜੇ ਦੀ ਜਾਨ ਲੈਣੀ, ਕਾਤਲ ਬਣ ਜਾਣਾ, ਇਹ ਨਹੀਂ ਗੱਲ ਚੰਗੀ ਜੀ। ਤੇ ਦੂਸਰੀ ਗੱਲ ਇਹ ਵੀ ਹੈ ਕਿ ਵਿਆਹ ਕਰਾਉਣ ਤੋਂ ਬਾਅਦ 2-3-4 ਸਾਲਾਂ ਬਾਅਦ ਜਾ ਕੇ ਇਹ ਪਤਾ ਲੱਗਣਾ ਵੀ ਮੇਰੀ ਇਹਦੇ ਨਾਲ ਨਿਭ ਨਹੀਂ ਸਕਦੀ, ਮੈਂ ਇਹਦੇ ਨਾਲ ਰਹਿ ਨਹੀਂ ਸਕਦਾ, ਇਹ ਵੀ ਚੀਜ਼ ਗਲਤ ਆ। ਤੁਹਾਨੂੰ ਇੱਕ ਦੂਸਰੇ ਨਾਲ ਬੈਠ ਕੇ ਥੋੜਾ ਜਿਹਾ ਝੁਕਣਾ ਚਾਹੀਦਾ, ਥੋੜਾ ਜਿਹਾ ਅਗਲੇ ਨੂੰ ਝੁਕਾਉਣਾ ਵੀ ਚਾਹੀਦਾ। ਕੁਛ ਮੰਨ ਲਓ ਤੇ ਕੁਛ ਮਨਾ ਲਓ, ਜ਼ਿੰਦਗੀ ਇਹੀ ਆ। ਬਿਲਕੁਲ ਸਹੀ। ਜਾਂ ਤਾਂ ਫਿਰ ਉਹ ਮੰਨ ਲੇ ਤੇ ਜਾਂ ਤੁਸੀਂ ਮੰਨ ਲਓ। ਤੇ ਇੱਕ ਬੰਦਾ ਬੜਾ ਖੁਸ਼ ਰਹਿੰਦਾ ਸੀਗਾ, ਉਹਨੂੰ ਉਹਦੇ ਦੋਸਤ ਨੇ ਪੁੱਛਿਆ ਵੀ ਯਾਰ ਤੇਰੀ ਸਰਦਾਰੀ ਆ, ਤੂੰ ਤਾਂ ਕਮਾਲ ਦਾ ਬੰਦਾ ਜੀ, ਇੰਨਾ ਖੁਸ਼ ਰਹਿਣਾ, ਢਿੱਡੋਂ ਖੁਸ਼ ਰਹਿਣਾ, ਤੇਰੇ ਕੋਲੇ ਗੁਰਮੰਤਰ ਕੀ ਆ? ਉਹ ਕਹਿੰਦਾ ਮੰਤਰ ਇੱਕੋ ਹੀ ਆ, ਉਹ ਜੋ ਵੀ ਕਹਿੰਦੀ ਮੈਂ ਮੰਨ ਲੈਣਾ, ਮੈਂ ਕਦੇ ਮਨਾਉਣ ਦੀ ਕੋਸ਼ਿਸ਼ ਨਹੀਂ ਕੀਤੀ, ਜੋ ਕਹਿੰਦੀ ਮੈਂ ਕਹਿੰਦਾ ਠੀਕ ਆ ਜੀ। ਉਹ ਕਹਿੰਦੀ ਬਾਹਰ ਧੁੱਪ ਨਿਕਲ ਗਈ, ਮੈਂ ਕਹਿੰਦਾ ਹਾਂ ਮੈਂ ਤਾਂ ਮੁੜਕੀ ਹੋ ਗਿਆ। ਉਹ ਕਹਿੰਦੀ ਬਾਹਰ ਮੀਂਹ ਪੈਂਦਾ, ਮੈਂ ਕਿਹਾ ਮੈਂ ਤਿਲਕ ਗਿਆ। ਆਪਾਂ ਨਾਰਾਜ਼ ਥੋੜੀ ਕਰਨੀ ਹੈ, ਇੰਨਾ ਵੀ ਨਹੀਂ ਝੁਕਣਾ ਚਾਹੀਦਾ ਉਦਾਂ। ਟਾਣਾ ਸਾਹਿਬ ਆਪਾਂ ਨੂੰ ਕੀ ਹੋਇਆ? ਹੈਲੋ, ਹਾਂਜੀ, ਵਕਫੇ ਤੋਂ ਬਾਅਦ ਆ ਗਏ ਆਪਾਂ। ਬਹੁਤ ਵਧੀਆ ਗੱਲ ਆ। ਤੇ ਆਪਾਂ ਨੂੰ ਕੀ ਦਿਖਿਆ ਸੀ? ਮੈਂ ਕਿਹਾ ਜਿੰਨਾ ਚਿਰ ਨਿਊਜ਼ੀਲੈਂਡ ਦੇ ਵਿੱਚ ਆ ਜੀ ਜ਼ਾਕਿਰ ਹੁਸੈਨ ਬਣਨ ਦੀ ਮੈਂ ਅਭਿਆਸ ਹੀ ਕਰਦਾ, ਦਾ ਦੂਜਾ ਵੀ ਚੱਕ ਲੈਣਾ ਸੀ। ਦੂਜਾ ਦੋਵੇਂ ਰੱਖੇ ਨਹੀਂ ਜਾਂਦੇ ਸੀ ਇੱਥੇ। ਉਹ ਹਾਂ ਠੀਕ ਹੈ, ਆਪਾਂ ਬਾਅਦ ਚ ਜ਼ਾਕਿਰ ਹੁਸੈਨ ਬਣ ਲਈਏ, ਪਹਿਲਾਂ ਆਪਾਂ ਸਵਰਨ ਟਾਣਾ ਹੀ ਬਣੇ ਰਹੀਏ ਤੇ ਖਬਰਾਂ ਦੀ ਤਾਂ ਪਾਲੀਓ ਜ਼ਿਆਦਾ ਜ਼ਰੂਰੀ ਹੈ। ਅੱਛਾ, ਇਹਨੂੰ ਰੱਖਦੇ ਆ। ਹਲੋ, ਇਹ ਦੋਵੇਂ ਇੱਥੇ ਇਕੱਠੇ ਆ, ਇਹ ਪੱਕੇ ਸਾਥੀ ਆ, ਇਹ ਸ਼ੋਅ ਵਧਾਉਣ ਦਾ ਕੰਮ ਕਰਦੇ ਆ। ਤੇ ਅੱਜ ਮੈਂ ਸੋਚਿਆ ਕਿ ਮੈਂ ਇਹਨਾਂ ਨੂੰ ਵਜਾ ਕੇ ਦੇਖ ਲਾਂ। ਆਏ ਹਾਏ ਹਾਏ ਹਾਏ, ਕੀ ਬਾਤ ਹੈ। ਕੱਲ ਤੁਸੀਂ ਕਹੋਗੇ ਗ੍ਰਾਮੋਫੋਨ ਵੀ ਵਜਾ ਕੇ ਦਿਖਾਓ, ਤੇ ਇਹ ਤਾਂ ਨਹੀਂ ਹੋ ਸਕਦਾ। ਮੈਂ ਪੱਖੀ ਰੱਖੀ ਹੈ ਨਾ, ਪੰਜਾਬ 'ਚ ਗਰਮੀ ਬਹੁਤ ਆ, ਇਸ ਕਰਕੇ। ਆਏ ਹਾਏ ਹਾਏ ਹਾਏ, ਵਾਹ ਕੀ ਬਾਤ ਹੈ, ਬੜੇ ਸਿਆਣੇ ਹੋ ਗਏ। ਮੈਂ ਤਾਂ ਪੱਖਾ ਹੀ ਰੱਖਿਆ, ਹਾਈ ਟੈਕ। ਹਾਂ, ਥੋੜਾ ਜਿਹਾ ਉੱਚੇ ਦੀ ਸੋਚ ਰੱਖਦੇ ਆਪਾਂ। ਸੋ ਹੁਣ ਆਪਾਂ ਖਬਰਾਂ ਵੱਲ ਨੂੰ ਆਉਂਦੇ ਆ। ਟਾਣਾ ਸਾਹਿਬ, ਖਬਰਾਂ ਦੇ ਵਿੱਚ ਅਗਲੀ ਗੱਲ ਕਰਦੇ ਆ ਸਦਾਨੰਦ ਗੌੜਾ ਹੋਰਾਂ ਦੀ ਜੀ, ਜਿਹੜੇ ਕੇਂਦਰੀ ਮੰਤਰੀ ਆ ਜੀ। ਇਹਨਾਂ ਦਾ ਨਾਮ ਸੁਣ ਕੇ ਤੁਸੀਂ ਅੰਦਾਜ਼ਾ ਲਾ ਲਿਆ ਹੋਣਾ ਵੀ ਖਬਰ ਕਿਹੋ ਜਿਹੀ ਹੋਊਗੀ, ਕਿਉਂਕਿ ਅਕਸਰ ਇਹ ਆਪਣੀਆਂ ਇਹੋ ਜਿਹੀਆਂ ਖਬਰਾਂ ਕਰਕੇ ਹੀ ਸੁਰਖੀਆਂ ਦੇ ਵਿੱਚ ਹੁੰਦੇ। ਬਿਲਕੁਲ ਸਹੀ ਗੱਲ ਹੈ ਜੀ। ਇੱਕ ਤਾਂ ਜਾਣਕਾਰੀ ਇਹ ਆ ਕਿ 25 ਤਰੀਕ ਤੋਂ ਭਾਰਤ ਦੇ ਵਿੱਚ ਘਰੇਲੂ ਉਡਾਣਾਂ ਸ਼ੁਰੂ ਹੋ ਚੁੱਕੀਆਂ ਜੀ। ਜਨਾਬ ਜੀ ਵੀ ਗਏ ਆ ਦਿੱਲੀੋਂ ਉੱਡ ਕੇ ਤੇ ਬੰਗਲੌਰ ਤੱਕ, ਪਰ ਇੱਕ ਨਿਯਮ ਦੇ ਮੁਤਾਬਕ ਜਿਹੜਾ ਵੀ ਬੰਦਾ ਜਿਹੜੀ ਵੀ ਥਾਂ ਤੇ ਜਾਂਦਾ ਉਹਨੂੰ ਇਕਾਂਤਵਾਸ ਦੇ ਵਿੱਚ ਰਹਿਣਾ ਪੈਂਦਾ, ਉਹ ਘਰ ਦੇ ਵਿੱਚ ਹੀ ਰਵੇ, ਤਾਂ ਜੋ ਉਹਨੂੰ ਜੇਕਰ ਲਾਗ ਲੱਗੀ ਹੋਵੇ ਤਾਂ ਉਹ ਦੂਜਿਆਂ ਦੇ ਸੰਪਰਕ ਦੇ ਵਿੱਚ ਨਾ ਆਵੇ, ਨੁਕਸਾਨ ਨਾ ਹੋਵੇ ਜੀ। ਤੇ ਜਦੋਂ ਇਹਨਾਂ ਨੂੰ ਸਵਾਲ ਕੀਤਾ ਸਦਾਨੰਦ ਗੌੜਾ ਹੋਰਾਂ ਨੂੰ ਵੀ ਤੁਸੀਂ ਵੀ ਤਾਂ ਸਫ਼ਰ ਕਰਕੇ ਆਏ ਜਹਾਜ਼ ਦਾ, ਭਾਵੇਂ ਭਾਰਤ ਦੇ ਵਿੱਚ ਹੀ ਇੱਕ ਤੋਂ ਦੂਜੇ ਸ਼ਹਿਰ ਤੱਕ, ਤਾਂ ਇਹ ਕਹਿੰਦੇ ਵੀ ਮੇਰੇ ਤਾਂ ਥੋੜੀ ਨਿਯਮ ਲਾਗੂ ਹੁੰਦੇ ਆ, ਮੈਂ ਤਾਂ ਮੰਤਰੀ ਆ, ਸਾਡੇ ਉੱਤੇ ਬਹੁਤ ਸਾਰੀਆਂ ਜ਼ਿੰਮੇਵਾਰੀਆਂ, ਸਾਨੂੰ ਛੋਟਾਂ ਮਿਲੀਆਂ ਹੋਈਆਂ। ਮਤਲਬ ਇਹ ਆ ਵੀ ਕਰੋਨਾ ਨੂੰ ਭਾਵੇਂ ਨਹੀਂ ਪਤਾ
ਵੀ ਭਾਈ ਕੌਣ ਮੰਤਰੀ ਆ ਤੇ ਕੌਣ ਮਜ਼ਦੂਰ ਆ, ਪਰ ਇਹਨਾਂ ਨੂੰ ਪਤਾ ਵੀ ਕਰੋਨਾ ਨੇ ਸਾਨੂੰ ਕੁਝ ਨਹੀਂ ਕਹਿਣਾ। ਤੁਹਾਨੂੰ ਯਾਦ ਹੈ ਆਪਾਂ ਇੱਥੇ ਬਹਿ ਕੇ ਗੱਲ ਕੀਤੀ ਸੀ ਨਿਊਜ਼ੀਲੈਂਡ ਦੇ ਮੰਤਰੀ ਦੇ ਬਾਰੇ ਚ ਤੇ ਆਸਟ੍ਰੇਲੀਆ ਦੇ ਮੰਤਰੀ ਦੇ ਬਾਰੇ ਚ ਕਿ ਜਿਨ੍ਹਾਂ ਨੇ ਨਿਯਮਾਂ ਦੀ ਉਲੰਘਣਾ ਕੀਤੀ ਤੇ ਉਹਨਾਂ ਨੂੰ ਕੁਰਸੀ ਤੋਂ ਹੱਥ ਧੋਣਾ ਪੈ ਗਿਆ ਸੀ। ਉਹ ਮੰਨ ਵੀ ਗਏ ਨਾ, ਡੇਵਿਡ ਕਲਾਰਕ ਹੋਰਾਂ ਨੇ ਮੰਨਿਆ ਵੀ ਸੀਗਾ ਕਿ ਭਾਈ ਮੇਰੀ ਗਲਤੀ ਹੈ, ਮੈਨੂੰ ਇਦਾਂ ਨਹੀਂ ਸੀ ਕਰਨਾ ਚਾਹੀਦਾ ਤੇ ਜੋ ਵੀ ਮੇਰੇ ਮੁਤਲਕ ਫੈਸਲਾ ਲਿਆ ਤੇ ਮੈਂ ਉਹਨੂੰ ਕਬੂਲ ਕਰਦਾ, ਪਰ ਆਪਾਂ ਮੰਨਣਾ ਹੀ ਨਹੀਂ ਜਦੋਂ, ਤੇ ਫਿਰ ਕਬੂਲ ਕੀ ਕਰਨਾ। ਸੋ ਇਹ ਫਰਕ ਜਿਹੜਾ ਉਹ ਪੂਰਨ ਤੌਰ ਤੇ ਉਜਾਗਰ ਹੋ ਗਿਆ ਵੀ ਸਾਡੇ ਵਾਲੇ ਮੰਤਰੀ ਕਿਹੋ ਜਿਹੇ ਹੁੰਦੇ ਨੇ ਤੇ ਇੱਥੋਂ ਵਾਲੇ ਕਿਹੋ ਜਿਹੇ ਨੇ, ਹਨਾ। ਸਾਡੇ ਵਾਲੇ ਕਦੀ ਨਹੀਂ ਇੱਥੋਂ ਵਾਲਿਆਂ ਵਰਗੇ ਬਣ ਸਕਦੇ ਤੇ ਇੱਥੋਂ ਵਾਲੇ ਕਦੀ ਨਹੀਂ ਸਾਡੇ ਵਾਲਿਆਂ ਵਰਗੇ ਬਣ ਸਕਦੇ। ਸੋ ਸ਼ਾਇਦ ਮੰਤਰੀ ਸਾਹਿਬ ਨੂੰ ਲੱਗਦਾ ਹੋਊਗਾ ਵੀ ਕਰੋਨਾ ਨੂੰ ਵੀ ਪਤਾ ਹੋਊਗਾ ਵੀ ਇਹ ਮੰਤਰੀ ਹੈ ਭਾਈ, ਇਹਨੂੰ ਮੈਂ ਨਹੀਂ ਚੰਬੜਨਾ ਜਾ ਕੇ। ਮੈਂ ਐਵੇਂ ਥੋੜੀ ਗੱਲ ਕਿਹਾ ਸੀ ਵੀ ਜਸਿੰਡਾ ਜੀ ਤੁਸੀਂ ਫਤੂ ਢੀਂਗੇ ਆ ਜਾਓ, ਬਿਲਕੁਲ ਸਹੀ ਹੈ, ਤੁਸੀਂ ਠੱਟਾ ਟਿੱਬਾ ਆ ਜਾਓ, ਤੁਸੀਂ ਖੁਣਖਣ ਆ ਜਾਓ, ਤੁਸੀਂ ਪੱਖੋ ਕੈਂਚੀਆਂ ਆ ਜਾਓ, ਤੁਸੀਂ ਟਹਿਣੇ ਆ ਜਾਓ, ਤੁਸੀਂ ਚਹਿਲ ਪਿੰਡ ਚ ਆ ਜਾਓ, ਤੁਸੀਂ ਧੂੜਕੋਟ ਆ ਜਾਓ, ਚੰਦਬਾਜੀ ਆ ਜਾਓ, ਸਾਦਕ ਆ ਜਾਓ, ਪੰਜ ਗਰਾਈ ਆ ਜਾਓ, ਤੁਸੀਂ ਸੰਸਾਰਪੁਰ ਆ ਜਾਓ, ਸੰਸਾਰਪੁਰ ਆ ਜਾਓ ਜੀ, ਜਮਸ਼ੇਰ ਆ ਜਾਓ, ਝੀਣੇ ਆ ਜਾਓ, ਕਿਤੇ ਤਾਂ ਆ ਜਾਓ, ਕਿਉਂਕਿ ਕੀ ਪਤਾ ਤੁਸੀਂ ਇੱਥੋਂ ਦੀ ਚੰਗਿਆਈ ਵਾਲੀ ਜਾਗ ਉੱਥੇ ਵੀ ਲਾ ਦਿਓ। ਬਿਲਕੁਲ, ਸੋ ਦੇਖ ਲਓ ਮਰਜ਼ੀ ਆ ਜੀ। ਪਰ ਜੇ ਇੱਧਰ ਵੀ ਉਲਟ ਹੋ ਗਿਆ ਤਾਂ ਇਹਨਾਂ ਦਾ ਵੀ ਹੋ ਸਕਦਾ ਵੀ ਜਿਹੜਾ ਕੰਮ ਬਣਿਆ ਬਣਾਇਆ ਜਾਂਦਾ ਲੱਗੇ ਵੀ ਇਹ ਨਾ ਹੋਵੇ ਕਿਤੇ ਜਸਿੰਡਾ ਹੋਵੇ ਇੱਧਰ ਨਾ ਉਲਟ ਹੋਵੇ, ਜਿੰਨੀਆਂ ਬੀਚਾਂ ਤੇ ਬੀਚਾਂ ਦੇ ਕੰਢੇ ਦੇ ਉੱਤੇ ਰੇਤਾ ਨਾ, ਇੱਥੇ ਖੱਡਾਂ ਹੀ ਦਿਸਣੀਆਂ ਗੱਲਾਂ। ਜੀ ਬਿਲਕੁਲ ਸਹੀ ਗੱਲ ਹੈ। ਸੋ ਹੁਣ ਆਪਾਂ ਅਗਲੀ ਖਬਰ ਦੀ ਸਾਂਝ ਪਾਉਂਦੇ ਆ। ਟਣਾ ਸਾਹਿਬ ਇੱਕ ਨਿੱਕਾ ਜਿਹਾ ਬੱਚਾ ਹਾਂ, ਵੈਸੇ ਤੁਸੀਂ ਪਹਿਲਾਂ ਦੱਸੋ ਜਦੋਂ 50 ਸਾਲਾਂ ਦੇ ਹੁੰਦੇ ਸੀ ਤਾਂ ਆਪਣੇ ਪਿੰਡ ਤੋਂ ਕਿੰਨੀ ਕੁ ਦੂਰੀ ਜਿਹੜੀ ਆ ਉਹ ਕੱਲਿਆਂ ਨੇ ਤੈਅ ਕੀਤੀ ਸੀ? ਦੇਖੋ ਵੀ ਮੈਂ ਤਾਂ ਕੱਲਾ ਮੁੰਡਾ ਹੋਣ ਕਰਕੇ ਨਾ ਵੀ ਮੈਨੂੰ ਤਾਂ ਘਰ ਦੇ ਜਾਣ ਨਹੀਂ ਸੀ ਦਿੰਦੇ। ਅੱਛਾ ਜੀ। ਮੈਨੂੰ ਤਾਂ ਸਕੂਲ ਵੀ ਆਪ ਛੱਡ ਕੇ ਆਉਂਦੇ ਸੀ, ਸਕੂਲੋਂ ਲੈ ਕੇ ਵੀ ਆਪ ਆਉਂਦੇ ਸੀ ਤੇ ਬੜੀਆਂ ਮੇਰੇ ਉੱਤੇ ਹਦਾਇਤਾਂ ਸੀਗੀਆਂ ਵੀ ਪੁੱਤ ਰਾਹ ਦੇ ਵਿੱਚ ਖੜਨਾ ਨਹੀਂ, ਸਿੱਧਾ ਘਰੇ ਆਉਣਾ, ਘਰੋਂ ਸਿੱਧਾ ਸਕੂਲ ਨੂੰ ਜਾਣਾ, ਸ਼ਰਾਰਤ ਨਹੀਂ ਕਰਨੀ, ਬਹੁਤ ਸਾਰੀਆਂ ਗੱਲਾਂ ਮੇਰੇ ਨਾਲ ਜੁੜੀਆਂ ਸੀ ਤੇ ਮਾਪਿਆਂ ਦੇ ਡਰ ਦੇ ਰੂਪ ਦੇ ਵਿੱਚ ਇਹ ਗੱਲਾਂ ਸੀ ਵੀ ਕਿਤੇ ਜਾ ਜਾਂਦੀ ਨਾ ਹੋ ਜੇ। ਬਿਲਕੁਲ ਸਹੀ ਗੱਲ ਹੈ। ਪਰ ਅੱਜ ਕੱਲ ਦੇ ਬੱਚੇ ਜਿਹੜੇ ਨੇ ਉਹ ਕਹਿ ਲਓ ਸਮਝਦਾਰ ਵੀ ਨੇ ਆਪਣੇ ਨਿੱਕੇ ਹੁੰਦਿਆਂ ਦੇ ਮੁਕਾਬਲੇ, ਤੇ ਅੱਜ ਕੱਲ ਦੇ ਬੱਚੇ ਜਿਹੜੇ ਨੇ ਉਹ ਬਹੁਤਾ ਡਰਦੇ ਵੀ ਹੈ ਨਹੀਂਗੇ। ਮੈਨੂੰ ਇਹ ਲੱਗਦਾ ਹੁੰਦਾ ਵੀ ਉਹਨਾਂ ਦਾ ਜਿਹੜਾ ਸੌਫਟਵੇਅਰ ਆ ਉਹ ਵੀ ਬਦਲਿਆ ਗਿਆ ਹੈ ਨਾ। ਸੋ ਇਸ ਲਈ ਉਹ ਬੱਚੇ ਜਿਹੜੇ ਉਹ ਅਲੱਗ ਤਰ੍ਹਾਂ ਦੇ ਨੇ। ਇੱਕ 5 ਸਾਲਾਂ ਦਾ ਬੱਚਾ, 5 ਸਾਲ ਦਾ ਇੱਕ ਬੱਚਾ ਜੀ, ਇਹ ਬੱਚਾ ਜਿਹੜਾ ਹੈ ਇਹਦਾ ਨਾਮ ਹੈਗਾ ਵਿਹਾਨ ਸ਼ਰਮਾ। ਵਿਹਾਨ ਸ਼ਰਮਾ ਸਾਹਿਬ ਜੀ, ਇਹ ਜਿਹੜੇ ਭਾਈ ਸਾਹਿਬ ਨੇ ਇਹ ਫਲਾਈਟ ਦੇ ਵਿੱਚ ਇਕੱਲੇ ਦਿੱਲੀ ਤੋਂ ਬੰਗਲੌਰ ਆ ਗਏ, ਜਹਾਜ਼ 'ਚ ਇਕੱਲੇ ਬਹਿ ਗਏ। ਮੈਨੂੰ 10ਵੀਂ ਤੱਕ ਟੈਂਪੂ 'ਚ ਨਹੀਂ ਬਹਿਣ ਦਿੱਤਾ ਘਰਦਿਆਂ ਨੇ, ਸੱਚੀ ਗੱਲ ਆ। ਇਹ ਨਾ ਬੱਚਾ ਅਸਲ ਦੇ ਵਿੱਚ ਆਪਣੇ ਨਾਨਕਿਆਂ ਦੇ ਗਿਆ ਹੋਇਆ ਸੀ ਤੇ 3 ਮਹੀਨੇ ਹੋ ਗਏ ਸੀ ਆਪਣੇ ਮਾਂ ਤੋਂ ਅੱਡ ਰਹਿੰਦੇ ਨੂੰ ਇਹਨੂੰ। ਤੇ ਹੁਣ ਕਿਉਂਕਿ ਤੁਹਾਨੂੰ ਪਤਾ ਵੀ ਜਿਹੜੀਆਂ ਘਰੇਲੂ ਉਡਾਨਾਂ ਨੇ ਉਹ ਸ਼ੁਰੂ ਹੋ ਗਈਆਂ ਨੇ ਦੁਬਾਰਾ ਤੋਂ, ਤੇ ਉਹਦੀ ਖਾਤਰ ਇਹ ਬੱਚਾ ਆਪਣੇ ਨਾਨਕਿਆਂ ਤੋਂ ਦੁਬਾਰਾ ਤੋਂ ਆਪਣੀ ਮੰਮੀ ਦੇ ਕੋਲ ਆਇਆ 3 ਮਹੀਨਿਆਂ ਬਾਅਦ ਤੇ ਇਕੱਲੇ ਨੇ ਸਫ਼ਰ ਤੈਅ ਕਰ ਲਿਆ। ਵਾਹ, 5 ਸਾਲ ਦਾ ਵੀ ਬੱਚਾ ਬਹੁਤ ਸਿਆਣਾ, ਬੱਚਾ ਬਹੁਤ ਤਿੱਖਾ, ਬੱਚੇ ਨੂੰ ਪਤਾ ਵੀ ਮੈਂ ਸਫ਼ਰ ਕਿਵੇਂ ਕਰਨਾ, ਤਾਂ ਕਰਕੇ ਹੀ ਆ ਨਾ। ਇਸ ਬੱਚੇ ਦੀਆਂ ਫੋਟੋਆਂ ਮੈਂ ਵੀ ਦੇਖੀਆਂ, ਮੂੰਹ ਤੇ ਮਾਸਕ ਪਹਿਨਿਆ, ਹੱਥਾਂ ਤੇ ਦਸਤਾਨੇ ਆ, ਤੇ ਉਹ ਹੱਥ ਦੇ ਵਿੱਚ ਇਹਦੇ ਇੱਕ ਨਾ ਵਰਕਾ ਫੜਿਆ, ਉਹਦੇ ਉੱਤੇ ਲਿਖਿਆ ਹੋਇਆ ਸਪੈਸ਼ਲ ਕੈਟਾਗਰੀ। ਸੋ ਇਹ ਬੱਚਾ ਜਿਹੜਾ ਇਹਨੇ ਸਫ਼ਰ ਤੈਅ ਕੀਤਾ ਆਪਣੇ ਨਾਨਕਿਆਂ ਦੇ ਵਿੱਚ ਸੀਗਾ ਜਿਵੇਂ ਤੁਸੀਂ ਦੱਸਿਆ, ਤੇ 3 ਮਹੀਨੇ ਬਾਅਦ ਇਹ ਆਪਦੀ ਮਾਂ ਨੂੰ ਮਿਲਿਆ ਤੇ ਮਾਪੇ ਇਹਦੇ ਹੈਗੇ ਬੰਗਲੌਰ, ਨਾਨਕੇ ਇਹਦੇ ਹੈਗੇ ਆ ਜੀ ਦਿੱਲੀ ਦੇ ਵਿੱਚ, ਤੇ ਦਾਦਕੇ ਇਹਦੇ ਹੈਗੇ ਬੰਗਲੌਰ ਦੇ ਵਿੱਚ। ਇਹ ਬੱਚਾ ਤੇ ਇਹਦੇ ਵਰਗੇ ਬਹੁਤ ਸਾਰੇ ਹੋਰ ਲੋਕ ਆ ਜਿਹੜੇ ਉਹ ਆਪੋ ਆਪਣੇ ਟਿਕਾਣਿਆਂ ਦੇ ਵੱਲ ਵਧੇ ਆ, ਤੇ ਚੰਗੀ ਗੱਲ ਆ। ਪਰ ਇੱਕ ਗੱਲ ਮੈਂ ਹੋਰ ਦੱਸਾਂ ਬਈ ਨਾ, ਕਈ ਉਡਾਣਾਂ ਰੱਦ ਹੋ ਗਈਆਂ ਪਹਿਲੇ ਦਿਨ। ਉਹਨਾਂ ਲੋਕਾਂ ਨੂੰ ਪਤਾ ਹੀ ਨਹੀਂ ਸੀਗਾ ਵੀ ਸਾਡੀ ਉਡਾਣ ਰੱਦ ਹੋ ਗਈ। ਜਦੋਂ ਉਹ ਦਿੱਲੀ 에ਅਰਪੋਰਟ ਤੇ ਪਹੁੰਚੇ ਤਾਂ ਉਹਨਾਂ ਨੂੰ ਪਤਾ ਲੱਗਾ ਵੀ ਸਾਡੇ ਵਾਲਾ ਜਹਾਜ਼ ਤਾਂ ਰੱਦ ਹੋ ਗਿਆ। ਤੇ ਉਹਨਾਂ ਨੂੰ ਕੋਈ ਈਮੇਲ, ਨਾ ਕੋਈ ਫੋਨ, ਨਾ ਕੋਈ SMS, ਕੁਝ ਵੀ ਨਹੀਂ। ਸੋ ਰੱਦ ਹੋ ਗਈਆਂ। ਅੰਮ੍ਰਿਤਸਰ ਤੋਂ ਜਿਹੜੀ ਮਹਾਰਾਸ਼ਟਰ ਨੂੰ ਜਾਣੀ ਸੀਗੀ ਉਡਾਣ, ਉਹ ਵੀ ਰੱਦ ਕਰ ਦਿੱਤੀ ਗਈ ਹੈ 1 ਜੂਨ ਤੱਕ, ਕਿਉਂਕਿ ਮਹਾਰਾਸ਼ਟਰ ਦੇ ਵਿੱਚ ਕਰੋਨਾ ਦੇ ਕੇਸ ਬੇਹੱਦ ਆ। ਇਸ ਕਰਕੇ ਲਾਗਨਾ ਇਧਰਲੇ ਪਾਸੇ ਆ ਜੇ, ਤੇ ਇਸ ਚੱਕਰ ਦੇ ਵਿੱਚ ਕਈ ਥਾਵਾਂ ਤੇ ਉਡਾਣਾਂ ਰੱਦ ਹੋਈਆਂ। ਨਹੀਂ, ਪਰ ਇਹ ਉਡਾਨਾਂ ਸ਼ੁਰੂ ਕਰਨ ਤੋਂ ਪਹਿਲਾਂ ਨਹੀਂ ਸੀ ਪਤਾ ਵੀ ਇਹ ਕੁਝ ਹੋ ਸਕਦਾ। ਪਹਿਲਾਂ ਸ਼ੁਰੂ ਕਰਕੇ ਲੋਕਾਂ ਦੇ ਪੈਸੇ ਜਿਹੜੇ ਨੇ ਉਹ ਖਰਾਬ ਹੋਏ, ਸਮਾਂ ਖਰਾਬ ਹੋਇਆ, ਹੈ ਨਾ, ਇੰਨਾ ਕੁਝ। ਫਿਰ ਜ਼ਰੂਰੀ ਨਹੀਂ ਕਿ ਹਰੇਕ ਦੇ ਘਰ ਦੇ ਨੇੜੇ ਹੀ 에ਅਰਪੋਰਟ ਹੋਵੇ। ਕੋਈ 3 ਘੰਟੇ ਦਾ ਸਫ਼ਰ ਤੈਅ ਕਰਕੇ ਆਇਆ ਹੋ, ਕੋਈ ਘੰਟੇ ਦਾ, ਕੋਈ 20 ਮਿੰਟਾਂ ਦਾ। ਉਹਨਾਂ ਲੋਕਾਂ ਦਾ ਉਹ ਸਮਾਂ ਨਹੀਂ ਬਰਬਾਦ ਹੋਇਆ। ਕੀ ਗੱਲ ਉਹਨਾਂ ਨੂੰ ਪਹਿਲਾਂ ਦੱਸਣਾ ਜ਼ਰੂਰੀ ਨਹੀਂ ਸੀ? ਜੇ ਅਸੀਂ ਸਮਝਦੇ ਹੀ ਨਹੀਂ ਤੇ ਫਿਰ ਕੀ ਆ? ਦੇਖੋ, ਮੈਂ ਤਾਂ ਅੱਗੇ ਵੀ ਗੱਲ ਕਹਿਣਾ ਵੀ 3 ਮਹੀਨੇ ਬੰਦੇ ਵੱਖ-ਵੱਖ ਥਾਵਾਂ ਦੇ ਉੱਤੇ ਫਸਿਆ ਨੂੰ ਹੋ ਗਏ। ਲੋਕਡਾਊਨ, ਤਾਲਾਬੰਦੀ ਨੂੰ ਕਿੰਨਾ ਲੰਮਾ ਸਮਾਂ ਹੋ ਗਿਆ ਭਾਰਤ 'ਚ। ਚਾਹੀਦਾ ਤਾਂ ਇਹ ਸੀਗਾ ਵੀ ਆਪਦੇ ਫਸੇ ਹੋਏ ਨਾਗਰਿਕਾਂ ਨੂੰ ਪਹਿਲੇ 15 ਦਿਨਾਂ ਦੇ ਵਿੱਚ, 20 ਦਿਨਾਂ ਦੇ ਵਿੱਚ ਵਾਪਸ ਲੈ ਜਾਓ। 3 ਮਹੀਨਿਆਂ ਬਾਅਦ ਤੱਕ ਤੁਸੀਂ ਲੈ ਕੇ ਨਹੀਂ ਜਾਂਦੇ, ਤੇ ਉੱਤੋਂ ਤੁਸੀਂ ਟਿਕਟ ਦਾ ਮੁੱਲ ਆ ਜਿਹੜਾ ਉਹ ਕਰਦੇ ਨੇ 3 ਗੁਣਾ। ਜੇ ਪਹਿਲਾਂ ਆਉਣ ਜਾਣ ਦੀ 70,000 ਸੀ, ਹੁਣ 1 ਲੱਖ ਤੋਂ ਉੱਤੇ ਇੱਕ ਪਾਸੇ ਦੀ, ਇੱਕ ਜਣੇ ਦੀ। 14 ਦਿਨ ਬੰਦੇ ਨੇ ਆਪਦੇ ਖਰਚੇ ਦੇ ਉੱਤੇ ਰਹਿਣਾ ਹੋਟਲ ਦੇ ਵਿੱਚ, ਫਿਰ ਉਹਨੇ ਘਰੇ ਜਾਣਾ। ਸਭ ਕੰਮ ਉਹਦਾ ਵਿਖੜ ਗਿਆ। ਰੋਟੀ ਪਾਣੀ ਨੂੰ ਤੰਗ ਹੈਗਾ ਜਿੱਥੇ ਵੀ ਉਹ ਗਿਆ,
ਤੇ ਹਾਲੇ ਕਹਿੰਦੇ ਵੰਦੇ ਭਾਰਤ ਮਿਸ਼ਨ ਕਿਹੜਾ ਮਿਸ਼ਨ ਅਸੀਂ ਸਪੈਸ਼ਲ ਤੌਰ ਦੇ ਉੱਤੇ ਲੈ ਕੇ ਚੱਲੇ ਜੀ, ਵੀ ਤੁਸੀਂ ਕਿਹੜਾ ਮੁਫਤ ਦੇ ਵਿੱਚ ਲੈ ਕੇ ਚੱਲੇ ਹੋ ਜਾਂ ਸਭ ਤੋਂ ਪਹਿਲਾਂ ਲੈ ਕੇ ਚੱਲੇ ਹੋ ਜਾਂ ਲੋਕਾਂ ਨੂੰ ਬਿਨਾਂ ਕਿਸੇ ਤਕਲੀਫ ਦੇ ਲੈ ਕੇ ਚੱਲੇ ਹੋ, ਫਿਰ ਤਾਂ ਮੰਨਿਆ ਵੀ ਕੋਈ ਮਿਸ਼ਨ ਹੈ। ਸਾਰੇ ਮੁਲਕ ਆਪਣੇ ਨਾਗਰਿਕਾਂ ਨੂੰ ਲੈ ਕੇ ਆਏ ਨੇ ਆਪੋ ਆਪਣੇ ਮੁਲਕ ਦੇ ਵਿੱਚ, ਸੋ ਉਹਨਾਂ ਨੇ ਤਾਂ ਕਿਸੇ ਮਿਸ਼ਨ ਦਾ ਕੋਈ ਨਾਂ ਨਹੀਂ ਰੱਖਿਆ। ਅਸੀਂ ਨਾਂ ਰੱਖਣ ਦੇ ਵਿੱਚ ਸਭ ਤੋਂ ਮੋਹਰੇ ਆ, ਲੈ ਕੇ ਜਾਣ ਦੇ ਵਿੱਚ ਸਭ ਤੋਂ ਪਿੱਛੇ ਆਪਾਂ ਨਾਂ ਰੱਖਣ ਦੇ ਵਿੱਚ ਤੇ ਰੱਖੇ ਹੋਏ ਨਾਵਾਂ ਨੂੰ ਬਦਲਣ ਦੇ ਵਿੱਚ ਬਹੁਤ ਯਕੀਨ ਰੱਖਦੇ ਆ। ਬਿਲਕੁਲ ਸਹੀ ਗੱਲ ਹੈ, ਥੋੜਾ ਸੋਚ ਨੂੰ ਬਦਲੋ, ਜਹਾਨ ਜ਼ਰੂਰ ਬਦਲਿਆ ਲੱਗੇਗਾ। ਇਹ ਗੱਲ ਹਰੇਕ ਦੇ ਉੱਪਰ ਲਾਗੂ ਹੁੰਦੀ ਹੈ। ਤੇ ਹੁਣ ਜਾਂਦੇ ਜਾਂਦੇ ਟਾਣਾ ਸਾਹਿਬ ਇੱਕ ਸੇਧ ਦੇਣ ਵਾਲੀ ਗੱਲ ਜ਼ਰੂਰ ਆਪਾਂ ਸਾਂਝੀ ਕਰ ਲਈਏ, ਕਿਉਂਕਿ ਚੰਗੇ ਲੋਕਾਂ ਦੇ ਸਿਰ ਦੇ ਉੱਪਰ ਹੀ ਮੈਨੂੰ ਲੱਗਦਾ ਹੁੰਦਾ ਵੀ ਉਹ ਮੁਲਕ ਜਿਹੜਾ ਉਹ ਤੁਰਿਆ ਫਿਰਦਾ ਹੈ। ਸੋ ਇਹ ਜਿਹੜੀ ਖਬਰ ਹੈ ਜੈਪੁਰ ਤੋਂ ਆਈ ਹੈ। ਜੈਪੁਰ ਦੇ ਵਿੱਚ ਸਵਾਈ ਮਾਨ ਸਿੰਘ ਹਸਪੀਟਲ ਆ ਇੱਕ, ਤੇ ਉੱਥੇ ਕਹਿੰਦੇ ਵੀ ਇੱਕ ਮੁਰਦਾ ਘਰ ਦੇ ਵਿੱਚ ਨਾ ਸੁਪਰਵਾਈਜ਼ਰ ਨੇ ਵਿਸ਼ਨੂੰ ਜੀ ਇਹ ਵਿਸ਼ਨੂੰ ਜੀ 2 ਮਹੀਨੇ ਹੋ ਗਏ ਆਪਣੇ ਘਰੇ ਨਹੀਂ ਗਏ। ਅੱਛਾ, ਇਹਦੇ ਪਿੱਛੇ ਕਾਰਨ ਇਹ ਹੈ ਕਿ ਇਹ ਸੰਸਕਾਰ ਕਰਦੇ ਨੇ ਬੋਡੀਜ਼ ਦਾ। ਮਤਲਬ ਹੁਣ ਤੁਹਾਨੂੰ ਪਤਾ ਵੀ ਜਿਹੋ ਜਿਹੇ ਹਾਲਾਤ ਸੀਗੇ ਕਰੋਨਾ ਦਾ ਕਰਕੇ ਆਪਣਿਆਂ ਨੇ ਵੀ ਮੂੰਹ ਫੇਰ ਲਿਆ, ਫਿਰ ਉਸ ਤੋਂ ਬਾਅਦ ਵੈਸੇ ਕਿੰਨੀਆਂ ਜ਼ਿਆਦਾ ਮੌਤਾਂ ਹੋ ਗਈਆਂ। ਉਸ ਤੋਂ ਬਾਅਦ ਚ ਵਿਸ਼ਨੂੰ ਹੋਰੀ ਜਿਹੜੇ ਨੇ ਇਹ ਹੁਣ ਉਹਨਾਂ ਬੋਡੀਜ਼ ਦਾ ਸੰਸਕਾਰ ਕਰਦੇ ਨੇ। ਔਰ ਤੁਸੀਂ ਵੇਖੋ ਕਿ ਇਹਨਾਂ ਨੇ 15 ਤੋਂ ਵੱਧ ਮੁਸਲਿਮ ਜਿਹੜੇ ਭਾਈਚਾਰੇ ਦੇ ਲੋਕ ਨੇ ਉਹਨਾਂ ਨੂੰ ਉਹਨਾਂ ਦੇ ਰੀਤੀ ਰਿਵਾਜਾਂ ਦੇ ਅਨੁਸਾਰ ਦਫਨਾਇਆ, ਤੇ 53 ਤੋਂ ਵੱਧ ਜਿਹੜੇ ਦੂਸਰੇ ਭਾਈਚਾਰੇ ਦੇ ਲੋਕ ਨੇ, ਹਿੰਦੂ ਭਾਈਚਾਰੇ ਦੇ ਜਾਂ ਹੋਰ ਲੋਕ ਨੇ, ਉਹਨਾਂ ਦਾ ਸੰਸਕਾਰ ਕੀਤਾ। ਸੋ ਇਹ ਤੁਸੀਂ ਵੇਖੋ ਵੀ ਵਿਸ਼ਨੂੰ ਹੋਰੀ ਪਹਿਲਾਂ ਕਦੇ ਸ਼ਮਸ਼ਾਨ ਘਾਟ ਨਹੀਂ ਸੀ ਗਏ, ਪਰ ਹੁਣ ਉੱਥੇ ਇਹ ਕੰਮ ਕਰਨ ਦੇ ਲਈ ਉਹ ਜ਼ਰੂਰ ਜਾਂਦੇ ਨੇ। ਬਿਲਕੁਲ ਹਰਮਨ ਜੀ, ਕਮਾਲ ਦੀ ਗੱਲ ਹੈ। ਤੇ ਇੱਥੋਂ ਪਤਾ ਲੱਗਦਾ ਵੀ ਬੰਦਾ ਕਿਸ ਤਰੀਕੇ ਦੇ ਨਾਲ ਜੁੜਿਆ ਹੋਇਆ, ਕਿਸ ਤਰੀਕੇ ਦੇ ਨਾਲ ਉਹਦੇ ਅੰਦਰ ਇੱਕ ਇਨਸਾਨੀਅਤ ਦੀ ਸੇਵਾ ਕਰਨ ਦਾ ਜਜ਼ਬਾ। ਬੰਦਾ ਪਹਿਲਾਂ ਕਦੇ ਕਬਰਸਤਾਨ 'ਚ ਗਿਆ ਨਾ ਹੋਵੇ ਤੇ ਹੁਣ ਉਹ ਬਿਨਾਂ ਕਿਸੇ ਜਾਤ ਪਾਤ ਨੂੰ ਧਿਆਨ ਦੇ ਵਿੱਚ ਰੱਖਦਿਆਂ ਤੇ ਆਪਣਾ ਕੰਮ ਆ ਜਿਹੜਾ ਉਹ ਨਿਰਵਿਘਨ ਤਰੀਕੇ ਨਾਲ ਜਾਰੀ ਰੱਖੇ। ਉਹ ਵੀ ਉਸ ਵੇਲੇ ਜਦੋਂ ਆਪਣਿਆਂ ਨੇ ਘਰਦਿਆਂ ਨੂੰ ਦੂਰ ਕਰਤਾ ਹੋਵੇ, ਜਦੋਂ ਆਪਣਿਆਂ ਨੇ ਕਿਹਾ ਹੋਵੇ ਅਸੀਂ ਨਹੀਂ ਸੰਸਕਾਰ ਕਰਨਾ, ਕੀ ਪਤਾ ਸਾਨੂੰ ਨਾ ਕਰੋਨਾ ਹੋ ਜੇ। ਉਸ ਵਕਤ ਵਿਸ਼ਨੂੰ ਵਰਗੇ ਲੋਕ ਆ ਜਿਹੜੇ ਕਿ ਸੱਚੀ ਮੁੱਚੀ ਸਹੀ ਅਰਥਾਂ 'ਚ ਸੇਵਾ ਕਰਦੇ ਆ। ਮੈਨੂੰ ਸੰਸਕਾਰ ਵਾਲੀ ਗੱਲ ਤੋਂ ਨਾ ਇੱਕ ਗੱਲ ਚੇਤੇ ਆ ਗਈ ਆ। ਉਹ ਪਿਛਲੇ ਦਿਨੀ ਸਾਨੂੰ ਤੀਰਥ ਅਟਵਾਲ ਹੋਰੀ ਜਿਹੜੇ ਕਿ ਇੱਥੇ ਹੈਗੇ ਆ ਪਾਪਾ ਟੋਏ ਦੇ ਵਿੱਚ ਹੀ ਇੰਡੋ ਸਪਾਈਸ ਵਾਲੇ, ਉਹਨਾਂ ਨੇ ਗੱਲ ਸੁਣਾਈ ਵੀ ਕਿਸ ਤਰੀਕੇ ਦੇ ਨਾਲ ਕਈ ਵਾਰ ਕਿਤੇ ਦੀਆਂ ਗੱਲਾਂ ਚੱਲ ਪੈਂਦੀਆਂ। ਉਹ ਕਹਿੰਦੇ ਵੀ ਜਿਹੜੀ ਸਾਡੀ ਇਹ ਹੈਗੀ ਨਾ ਸ਼ਾਪ, ਜਿਹੜੀ ਸਾਡੀ ਦੁਕਾਨ ਆ, ਜਿਹੜਾ ਸਟੋਰ ਆ, ਇੱਥੇ ਕਹਿੰਦੇ ਵੀ ਇੱਕ ਵਾਰੀ ਇੱਕ ਔਰਤ ਆਈ ਆਪਣੀ ਸੱਸ ਦੇ ਨਾਲ, ਤੇ ਉਹਦੇ ਹੱਥ ਦੇ ਵਿੱਚ ਪੈਂਫਲੇਟ ਜਿਹੜੇ ਵਰਕੇ ਹੁੰਦੇ ਆ। ਇਹ ਕਿਉਂਕਿ ਨਿਊਜ਼ੀਲੈਂਡ ਤੇ ਕਈ ਹੋਰ ਥਾਵਾਂ ਦੇ ਉੱਤੇ ਲੋਕਾਂ ਨੇ ਨਿੱਜੀ ਤੌਰ ਦੇ ਉੱਤੇ ਸੰਸਕਾਰ ਘਰ ਬਣਾਏ ਜਿਹਨੂੰ ਫਿਊਨਰਲ ਸੈਂਟਰ ਕਹਿੰਦੇ ਆ, ਤੇ ਉਹ ਮੁੱਲ ਦੇ ਵਿੱਚ ਕਰਦੇ ਆ ਸੰਸਕਾਰ, ਉਹ ਪੈਸੇ ਲੈਂਦੇ ਆ। ਤੇ ਕਹਿੰਦੇ ਵੀ ਪੈਂਫਲੇਟ ਸਾਨੂੰ ਕਹਿੰਦੇ ਵੀ ਤੁਸੀਂ ਆਪਣੀ ਦੁਕਾਨ ਦੇ ਉੱਤੇ ਰੱਖ ਲਓ, ਤੇ ਉਹਦੇ ਉੱਤੇ ਲਿਖਿਆ ਸੀਗਾ ਸਪੈਸ਼ਲ ਡਿਸਕਾਊਂਟ, ਰਿਆਇਤੀ ਦਰ ਦੇ ਉੱਤੇ ਸੰਸਕਾਰ ਕਰੋ, 50% ਡਿਸਕਾਊਂਟ। ਤੇ ਕਹਿੰਦੇ ਮੈਂ ਕਿਹਾ ਵੀ ਮੈਂ ਥੋੜੀ ਇੱਥੇ ਰੱਖਣੇ ਇਹ ਵਰਕੇ, ਹੁਣ ਮੈਂ ਲੋਕਾਂ ਨੂੰ ਇਹ ਗੱਲ ਕਹਾਂ ਜਿਹੜੇ ਸੌਦਾ ਲੈਣ ਆਉਂਦੇ ਵੀ ਭਾਈ ਆਪਦੇ ਬਾਪੂ ਦਾ ਗਲ ਘੁੱਟ ਕੇ ਮਾਰ ਦਿਓ, ਕਿਉਂਕਿ ਅੱਧੇ ਮੁੱਲ ਦੇ ਉੱਤੇ ਸੰਸਕਾਰ ਹੋ ਜਾਣਾ। ਸੋ ਕਹਿਣ ਦਾ ਭਾਵ ਇਹ ਆ ਵੀ ਲੋਕ ਇਦਾਂ ਦੀਆਂ ਗੱਲਾਂ ਵੀ ਕਈ ਕਰਦੇ ਆ, ਲੋਕ ਇਹਦੇ ਵਿੱਚ ਵੀ ਸਪੈਸ਼ਲ ਕੂਪਨ ਤੇ ਸਪੈਸ਼ਲ ਆਫਰਾਂ ਦੇ ਜਾਂਦੇ ਆ। ਜੀ ਦੇਖੋ ਉਹਨਾਂ ਲਈ ਤਾਂ ਉਹ ਕੀਤਾ ਹੈ ਤੇ ਉਹ ਆਪਣੇ ਕੰਮ ਨੂੰ ਉਸ ਹਿਸਾਬ ਨਾਲ ਲੈ ਰਹੇ ਨੇ। ਉਹ ਉਹਨਾਂ ਦੇ ਲਈ ਇਹ ਕੰਮ ਹੈ ਤੇ ਇੱਥੋਂ ਹੀ ਉਹਨਾਂ ਨੇ ਰੋਟੀ ਖਾਣੀ ਹੈ ਨਾ। ਜਿਵੇਂ ਉਹ ਤੁਸੀਂ ਤੁਹਾਨੂੰ ਯਾਦ ਨਹੀਂ ਵੀ ਇੱਕ ਉਹ ਬਹੁਤ ਚੱਲਿਆ ਸੀ, ਉਹ ਗੱਲ ਚੱਲੀ ਸੀ ਵੀ ਕਹਿੰਦੇ ਵੀ ਇੱਕ ਵਾਰ ਜਿਹੜੇ ਨਿਆਣੇ ਨੇ ਉਹ ਸ਼ਮਸ਼ਾਨ ਘਾਟ ਦੇ ਨੇੜੇ ਉਹਨਾਂ ਦਾ ਸਕੂਲ ਲੱਗਦਾ ਹੁੰਦਾ ਸੀ, ਤੇ ਜਦੋਂ ਕਿਸੇ ਬਜ਼ੁਰਗ ਦੀ ਮੌਤ ਹੋਣੀ ਤਾਂ ਉਹ ਸਕੂਲ ਦੇ ਵਿੱਚ ਛੁੱਟੀ ਹੋ ਜਾਂਦੀ ਹੁੰਦੀ ਸੀ। ਤੇ ਇੱਕ ਦਿਨ 2 ਬਜ਼ੁਰਗ ਤੁਰੇ ਆਉਣ ਦੂਰੋਂ, ਤੇ ਬੱਚਿਆਂ ਨੇ ਪੁੱਛਿਆ ਵੀ ਉਹ ਕੌਣ ਹੈ, ਤੇ ਨਾਲ ਦਾ ਇੱਕ ਮੁੰਡਾ ਕਹਿੰਦਾ ਵੀ ਸਾਡੀਆਂ 2 ਛੁੱਟੀਆਂ ਤੁਰੀਆਂ ਆਉਂਦੀਆਂ ਨੇ। ਸੋ ਇਹ ਤਾਂ ਜਿਸ ਤਾਂ ਲੱਗੇ ਸੋ ਤਾਂ ਜਾਣੇ, ਵੀ ਜਿਹਦੇ ਤੇ ਬੀਤਦੀ ਹੈ ਇਹ ਉਹਨੂੰ ਹੀ ਪਤਾ ਹੁੰਦਾ, ਬਾਕੀਆਂ ਦੇ ਲਈ ਤਾਂ ਸਿਰਫ ਗੱਲਾਂ ਹੀ ਨੇ। ਬਿਲਕੁਲ ਜੀ, ਮਰਨਾ ਸਭ ਨੇ ਆ, ਅਸੀਂ ਵੀ ਤੁਰ ਜਾਣਾ, ਸਭ ਨੇ ਤੁਰ ਜਾਣਾ, ਪਰ ਗੱਲ ਇਹ ਆ ਵੀ ਜਿਹੜੇ ਲੋਕ ਜੋ ਕੰਮ ਕਰਦੇ ਆ ਉਹ ਚੇਤੇ ਰਹਿੰਦੇ ਆ। ਉਹ ਭਾਵੇਂ ਥੋੜਾ ਸਮਾਂ ਚੇਤੇ ਰਹਿੰਦਾ ਕੋਈ ਬੰਦਾ ਬਹੁਤਾ ਸਮਾਂ ਚੇਤੇ ਰਹਿੰਦਾ, ਪਰ ਆਪਣੇ ਵੱਲੋਂ ਚੰਗਾ ਕੰਮ ਕਰਨ ਦੀ ਕੋਸ਼ਿਸ਼ ਕਰਗੇ। ਨਿਊਜ਼ੀਲੈਂਡ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਚੰਗੇ ਕੰਮ ਕੀਤੇ ਆ, ਤੀਰਥ ਬਾਈ ਵੀ ਉਹਨਾਂ ਦੇ ਵਿੱਚੋਂ ਇੱਕ ਆ, ਹੋਰ ਵੀ ਬਹੁਤ ਸਾਰੇ ਲੋਕ ਆ ਜਿਹੜੇ ਸਾਨੂੰ ਇੱਥੇ ਮਿਲੇ ਆ, ਜਿਨ੍ਹਾਂ ਦੀ ਸ਼ਖਸੀਅਤ ਦਾ ਪ੍ਰਭਾਵ ਅਸੀਂ ਲੈ ਕੇ ਚੇਤੇ ਦੇ ਵਿੱਚ ਵਸਾ ਕੇ ਤੇ ਵਾਪਸ ਭਾਰਤ ਦੇ ਵਿੱਚ ਜਾਵਾਂਗੇ। ਬਿਲਕੁਲ ਸਹੀ ਗੱਲ ਹੈ। ਸੋ ਹਰੇਕ ਤੋਂ ਜਿਹੜੇ ਤੋਂ ਵੀ ਕੁਝ ਸਿੱਖਣ ਨੂੰ ਮਿਲੇ ਸਾਨੂੰ ਜ਼ਰੂਰ ਸਿੱਖਣਾ ਚਾਹੀਦਾ ਹੈ। ਤੇ ਫਿਲਹਾਲ ਦੇ ਲਈ ਆਪਾਂ ਹੁਣੇ ਪ੍ਰੋਗਰਾਮ ਇੱਥੇ ਸਮੇਟਦੇ ਹਾਂ ਜੀ। ਜਾਣਦਾ ਹੋ ਗਿਆ ਸਾਡੇ ਵੇਲਾ, ਆਪਣੀ ਪ੍ਰਤੀਕਿਰਿਆ ਜ਼ਰੂਰ ਸਾਡੇ ਤੇ ਪਹੁੰਚਾਇਓ। ਸਤਿ ਸ਼੍ਰੀ ਅਕਾਲ, ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਜੱਜ ਦਾ ਵਿਚਾਰ।